ਸਾਰੇ ਆਦਰਯੋਗ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਜੈ ਮਸੀਹ ਦੀ। ਸੋ ਭੈਣੋ ਤੇ ਭਰਾਵੋ, ਪਿਛਲੇ ਕਈ ਦਿਨਾਂ ਤੋਂ ਮੈਂ ਸੋਚ ਰਿਹਾ ਸੀ ਕਿ ਤੁਹਾਡੇ ਸਭ ਦੇ ਰੂਬਰੂ ਹੋ ਕੇ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂ ਜੋ ਅੱਜ ਕੱਲ੍ਹ ਮਸੀਹ ਸਮਾਜ ਦੇ ਵਿੱਚ ਹੋ ਰਿਹਾ ਹੈ। ਜੋ ਵੀ ਐਕਟੀਵਿਟੀਜ਼ ਹੋ ਰਹੀਆਂ ਉਹਨਾਂ ਬਾਰੇ ਗੱਲਬਾਤ ਕਰਾਂ। ਸਮਝ ਨਹੀਂ ਆਉਂਦਾ ਕਿ ਕਿੱਥੋਂ ਸ਼ੁਰੂ ਕਰੀਏ ਔਰ ਕਿੱਥੇ ਖ਼ਤਮ ਕਰੀਏ, ਕਿਉਂਕਿ ਪ੍ਰਭੂ ਯਿਸੂ ਦੀ ਕਲੀਸਿਆ ਨੂੰ ਜੋ ਅੱਜ ਕੱਲ੍ਹ ਜੇ ਆਪਾਂ ਕਹੀਏ ਝੂਠੇ ਪ੍ਰਚਾਰਕ ਜਾਂ ਝੂਠੀਆਂ ਸਿੱਖਿਆਵਾਂ ਦੇਣ ਵਾਲੇ ਪ੍ਰਚਾਰਕ ਜੋ ਅੱਜ ਕੱਲ੍ਹ ਬਹੁਤ ਐਕਟਿਵ ਨੇ ਸੋਸ਼ਲ ਮੀਡੀਆ ਦੇ ਰਾਹੀਂ ਜਾਂ ਫਿਰ ਫਿਜ਼ੀਕਲੀ ਚਰਚ ਦੇ ਵਿੱਚ। ਜਦੋਂ ਅਸੀਂ ਸੋਸ਼ਲ ਮੀਡੀਆ 'ਤੇ ਇਹਨਾਂ ਦੀਆਂ ਸਿੱਖਿਆਵਾਂ ਨੂੰ ਜਾਂ ਇਹਨਾਂ ਦੀਆਂ ਐਕਟੀਵਿਟੀਆਂ ਨੂੰ ਦੇਖਦੇ ਹਾਂ ਤਾਂ ਮਨ ਬਹੁਤ ਉਦਾਸ ਹੋ ਜਾਂਦਾ ਹੈ ਕਿ ਕਿਸ ਤਰ੍ਹਾਂ ਪਰਮੇਸ਼ਵਰ ਦੇ ਵਚਨ ਦੇ ਨਾਲ ਛੇੜਛਾੜ ਕਰਕੇ ਇੱਧਰਲੀਆਂ ਉੱਧਰਲੀਆਂ ਗੱਲਾਂ ਕਰਕੇ ਕਿਸ ਤਰ੍ਹਾਂ ਕਲੀਸਿਆ ਨੂੰ ਲੋਕਾਂ ਨੂੰ ਭਰਮਾ ਰਹੇ ਆ ਔਰ ਉਹਨਾਂ ਨੂੰ ਗਲਤ ਰਸਤੇ 'ਤੇ ਲੈ ਕੇ ਜਾ ਰਹੇ ਆ। ਵਚਨ ਕੀ ਕਹਿੰਦਾ ਹੈ ਔਰ ਇਹ ਉਸ ਵਚਨ ਨੂੰ ਟਵਿਸਟ ਕਰਕੇ ਤੋੜ ਮਰੋੜ ਕੇ ਲੋਕਾਂ ਦੇ ਸਾਹਮਣੇ ਕਿਸ ਤਰ੍ਹਾਂ ਪੇਸ਼ ਕਰਦੇ ਆ ਔਰ ਕਿਸ ਤਰ੍ਹਾਂ ਲੋਕਾਂ ਨੂੰ ਕਲੀਸਿਆ ਨੂੰ ਗੁੰਮਰਾਹ ਕਰਦੇ ਆ। ਮੈਂ ਤਕਰੀਬਨ ਪਿਛਲੇ 3-4 ਮਹੀਨਿਆਂ ਤੋਂ ਇਹਨਾਂ ਦੀ ਐਕਟੀਵਿਟੀਜ਼ ਨੂੰ ਦੇਖ ਰਿਹਾ ਹਾਂ ਔਰ ਮਨ ਕਰਦਾ ਸੀ ਕਿ ਤੁਹਾਡੇ ਨਾਲ ਕੁਝ ਗੱਲਾਂ ਸਾਂਝੀਆਂ ਕਰਾਂ। ਸੋ ਅੱਜ ਸਮਾਂ ਮਿਲਿਆ ਹੈ ਕਿ ਆਪਾਂ ਉਹਨਾਂ ਗੱਲਾਂ 'ਤੇ ਵਿਚਾਰ ਚਰਚਾ ਕਰੀਏ ਔਰ ਉਹਨਾਂ ਲੋਕਾਂ ਤੱਕ ਮੈਂ ਇਹ ਗੱਲ ਸੋਸ਼ਲ ਮੀਡੀਆ ਦੇ ਜ਼ਰੀਏ ਪਹੁੰਚਾਉਣਾ ਚਾਹੁੰਦਾ ਹਾਂ ਜੋ ਬੁਰੀ ਤਰ੍ਹਾਂ ਇਹਨਾਂ ਦੇ ਚੁੰਗਲ ਦੇ ਵਿੱਚ ਫਸ ਚੁੱਕੇ ਆ ਔਰ ਝੂਠੀਆਂ ਸਿੱਖਿਆਵਾਂ ਦੇ ਚੁੰਗਲ ਦੇ ਵਿੱਚ ਫਸ ਚੁੱਕੇ ਆ ਔਰ ਕਿਸ ਤਰ੍ਹਾਂ ਉਹਨਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਆਪਣਾ ਟਾਈਮ ਔਰ ਪੈਸਾ ਬਰਬਾਦ ਕਰ ਰਹੇ ਹਨ। ਖਾਸ ਕਰ ਇਹ ਵੀਡੀਓ ਉਹਨਾਂ ਭੈਣ ਭਰਾਵਾਂ ਦੇ ਲਈ ਬਣਾ ਰਿਹਾ ਹਾਂ ਤਾਂ ਜੋ ਉਹ ਇਹਨਾਂ ਗੱਲਾਂ ਨੂੰ ਸਮਝ ਸਕਣ ਕਿ ਅਸਲ ਦੇ ਵਿੱਚ ਸੱਚਾਈ ਕੀ ਹੈ। ਪਰਮੇਸ਼ਵਰ ਦਾ ਵਚਨ ਕੀ ਕਹਿ ਰਿਹਾ ਹੈ ਔਰ ਵਚਨ ਦੇ ਵਿੱਚ ਲਿਖਿਆ ਹੈ ਕਿ ਤੁਸੀਂ ਝੂਠੇ ਸਿੱਖਿਅਕ ਝੂਠੀਆਂ ਸਿੱਖਿਆਵਾਂ ਦੇਣ ਵਾਲਿਆਂ ਨੂੰ ਕਿਸ ਤਰ੍ਹਾਂ ਪਹਿਚਾਣ ਸਕਦੇ ਹੋ। ਵਚਨ ਦੇ ਵਿੱਚ ਲਿਖਿਆ ਕਿ ਤੁਸੀਂ ਉਹਨਾਂ ਦੇ ਫਲਾਂ ਤੋਂ, ਉਹਨਾਂ ਦੀਆਂ ਗੱਲਾਂ ਬਾਤਾਂ ਤੋਂ ਉਹਨਾਂ ਦੀ ਪਹਿਚਾਣ ਕਰ ਸਕਦੇ ਹੋ। ਪਰ ਕਿਤੇ ਨਾ ਕਿਤੇ ਜੋ ਅੱਜ ਕੱਲ੍ਹ ਦੇ ਮਸੀਹੀ ਲੋਕ ਹਨ ਉਹ ਇਹਨਾਂ ਦੀਆਂ ਗੱਲਾਂ ਜਾਂ ਇਹਨਾਂ ਦੇ ਕੰਮਕਾਰ ਜੋ ਇਹ ਕਰਦੇ ਹਨ, ਜੋ ਇਹਨਾਂ ਦੀਆਂ ਐਕਟੀਵਿਟੀਜ਼ ਇਹ ਕਰ ਰਹੇ ਆ, ਉਹਨਾਂ ਨੂੰ ਨਹੀਂ ਪਹਿਚਾਣ ਪਾਉਂਦੇ ਕਿ ਕੀ ਇਹ ਸਹੀ ਹਨ ਜਾਂ ਗਲਤ ਹਨ। ਤਾਂ ਜਿੱਥੋਂ ਤੱਕ ਮੈਂ ਸਮਝ ਸਕਿਆ ਹਾਂ ਕਿ ਇਸ ਦਾ ਸਭ ਤੋਂ ਵੱਡਾ ਕਾਰਨ ਕੀ ਹੈ, ਉਹ ਕਿਉਂ ਨਹੀਂ ਇਹਨਾਂ ਨੂੰ ਸਮਝ ਪਾਉਂਦੇ
ਤਾਂ ਮੈਨੂੰ ਲੱਗਿਆ ਕਿ ਇਹਨਾਂ ਲੋਕਾਂ ਦੇ ਵਿੱਚ ਜੋ ਮੁੱਖ ਕਾਰਨ ਹੈ ਉਹ ਵਚਨ ਦੀ ਘਾਟ ਹੈ। ਵਚਨ ਦੀ ਘਾਟ ਕਿਸ ਤਰ੍ਹਾਂ ਹੈ? ਇਹ ਭੈਣ ਭਰਾ ਵਚਨ ਬਹੁਤ ਘੱਟ ਪੜ੍ਹਦੇ ਹਨ ਜਾਂ ਫਿਰ ਪੜ੍ਹਦੇ ਹੀ ਨਹੀਂ। ਇਹੀ ਕਾਰਨ ਹੈ ਕਿ ਇਹ ਉਹਨਾਂ ਨੂੰ ਨਹੀਂ ਪਹਿਚਾਣ ਪਾਉਂਦੇ। ਜੇ ਅਸੀਂ ਵਚਨ ਨੂੰ ਪੜ੍ਹਿਆ ਹੋਵੇਗਾ ਜੋ ਬਾਈਬਲ ਦੇ ਵਿੱਚ ਲਿਖਿਆ ਹੈ, ਕਿਉਂਕਿ ਬਾਈਬਲ ਦੇ ਵਿੱਚ ਇੱਕ ਇੱਕ ਵਚਨ ਜੋ ਲਿਖਿਆ ਹੈ ਪਰਮੇਸ਼ਵਰ ਦੇ ਮੁਖ ਦੇ ਵਿੱਚੋਂ ਨਿਕਲਿਆ ਹੋਇਆ ਵਚਨ ਹੈ। ਔਰ ਵਚਨ ਦੇ ਵਿੱਚ ਇਹ ਵੀ ਲਿਖਿਆ ਹੈ ਕਿ ਮੇਰਾ ਵਚਨ ਨਹੀਂ ਟਲੇਗਾ, ਧਰਤੀ ਔਰ ਅਸਮਾਨ ਟਲ ਸਕਦੇ ਆ। ਔਰ ਹਰ ਇੱਕ ਵਚਨ ਸੱਚਾ ਹੈ, ਸਹੀ ਹੈ, ਖਰਾ ਹੈ। ਫਿਰ ਅਸੀਂ ਕਿਸ ਤਰ੍ਹਾਂ ਇਹਨਾਂ ਦੇ ਚੁੰਗਲ ਦੇ ਵਿੱਚ ਫਸ ਜਾਂਦੇ ਹਾਂ? ਕਾਰਨ ਸਿਰਫ ਇੱਕੋ ਹੈ ਕਿ ਅਸੀਂ ਵਚਨ ਨੂੰ ਬਹੁਤ ਘੱਟ ਪੜ੍ਹਦੇ ਹਾਂ ਜਾਂ ਫਿਰ ਉਸ ਨੂੰ ਸਹੀ ਤਰੀਕੇ ਦੇ ਨਾਲ ਕੰਟੈਕਸਟ ਦੇ ਵਿੱਚ ਨਹੀਂ ਪੜ੍ਹਦੇ। ਮੈਂ ਵੀ ਇਹਨਾਂ ਚੀਜ਼ਾਂ ਦੇ ਵਿੱਚੋਂ, ਇਹਨਾਂ ਝੂਠੀਆਂ ਸਿੱਖਿਆਵਾਂ ਦੇ ਵਿੱਚੋਂ ਹੀ ਨਿਕਲਿਆ ਹਾਂ। ਉਸ ਟਾਈਮ ਮੈਂ ਵੀ ਨਹੀਂ ਸਮਝ ਪਾਉਂਦਾ ਸੀ ਕਿ ਸਹੀ ਗਲਤ ਕੀ ਹੈ। ਜੋ ਸਾਡੇ ਸਾਹਮਣੇ ਵਾਲਾ ਜੋ ਪ੍ਰਚਾਰਕ ਹੈ, ਜੋ ਪਾਸਟਰ ਹੈ, ਅਸੀਂ ਵੀ ਇਹੀ ਸਮਝਦੇ ਸੀ ਕਿ ਜੋ ਕਹਿ ਰਿਹਾ ਹੈ ਠੀਕ ਹੈ, ਸੱਤ ਹੈ। ਪਰ ਸ਼ੁਕਰਾਨਾ ਕਰਦੇ ਹਾਂ ਉਸ ਖੁਦਾ ਦਾ ਜਿਸ ਨੇ ਕਿ ਸਾਡੀ ਭੁੱਖ ਪਿਆਸ ਨੂੰ ਦੇਖਿਆ ਔਰ ਉਸ ਨੇ ਉਹਨਾਂ ਝੂਠੀਆਂ ਸਿੱਖਿਆਵਾਂ ਦੇ ਵਿੱਚੋਂ ਬਾਂਹ ਫੜ ਕੇ ਬਾਹਰ ਕੱਢਿਆ ਔਰ ਮਸੀਹ ਮੰਥਨ ਬੈਠਕ ਵਾਰਡ ਗਰੁੱਪ ਦੇ ਨਾਲ ਜੋੜਿਆ, ਜੋ ਸਿਰਫ ਔਰ ਸਿਰਫ ਖਰੀ ਸਿੱਖਿਆ ਲੋਕਾਂ ਤੱਕ ਲੈ ਕੇ ਜਾ ਰਿਹਾ ਹੈ। ਤਕਰੀਬਨ ਪਿਛਲੇ 2-2.5 ਸਾਲ ਤੋਂ ਮੈਂ ਮਸੀਹ ਮੰਥਨ ਬੈਠਕ ਦੇ ਨਾਲ ਜੁੜਿਆ ਹੋਇਆ ਹਾਂ ਔਰ ਚੰਗੀ ਤਰ੍ਹਾਂ ਦੇਖਿਆ ਹੈ। ਸਾਡੇ ਜੋ ਟੀਚਰ ਹਨ ਪਾਸਟਰ ਡੈਨੀਅਲ ਰਾਜ, ਉਹਨਾਂ ਦੀਆਂ ਸਿੱਖਿਆਵਾਂ ਨੂੰ ਬਹੁਤ ਨੇੜੇ ਤੋਂ ਦੇਖਿਆ ਹੈ, ਕਿਉਂਕਿ ਪਾਸਟਰ ਡੈਨੀਅਲ ਰਾਜ ਹਮੇਸ਼ਾ ਕਹਿੰਦੇ ਹੁੰਦੇ ਆ ਕਿ ਤੁਸੀਂ ਜੋ ਵੀ ਤੁਹਾਡੇ ਸਾਹਮਣੇ ਟੀਚਰ, ਪ੍ਰਚਾਰਕ, ਪਾਸਟਰ ਜੋ ਵੀ ਹੈ ਉਸ ਨੂੰ ਚੈੱਕ ਕਰੋ ਬਚਨ ਦੇ ਅਕੋਰਡਿੰਗ, ਕਿ ਕੀ ਸਾਹਮਣੇ ਵਾਲਾ ਪਾਸਟਰ ਜਾਂ ਸਾਹਮਣੇ ਵਾਲਾ ਪ੍ਰਚਾਰਕ ਜੋ ਪ੍ਰਚਾਰ ਕਰ ਰਿਹਾ ਹੈ, ਜੋ ਬੋਲ ਰਿਹਾ ਹੈ, ਕੀ ਉਹ ਬਾਈਬਲ ਦੇ ਨਾਲ ਮੈਚ ਕਰਦਾ ਹੈ ਜਾਂ ਨਹੀਂ। ਤਾਂ ਜਦੋਂ ਉਹਨਾਂ ਚੀਜ਼ਾਂ ਨੂੰ ਪਰਖਣਾ ਸ਼ੁਰੂ ਕੀਤਾ, ਦੇਖਣਾ ਸ਼ੁਰੂ ਕੀਤਾ, ਉਹਨਾਂ ਚੀਜ਼ਾਂ 'ਤੇ ਗੌਰ ਕੀਤੀ, ਤਾਂ ਸਾਡੇ ਜੋ ਟੀਚਰ ਪਾਸਟਰ ਡੈਨੀਅਲ ਰਾਜ ਸਾਨੂੰ ਟੀਚਿੰਗ ਦੇ ਰਹੇ ਹੈ ਬਾਈਬਲ ਦੇ ਅਕੋਰਡਿੰਗ, ਤਾਂ ਉਹ ਉਹਨਾਂ ਚੀਜ਼ਾਂ 'ਤੇ 101% ਖਰੇ ਹਨ। ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਉਹਨਾਂ ਦੀ ਬਦੌਲਤ ਹੀ ਸਾਡੇ ਤੱਕ ਖਰਾ ਵਚਨ, ਖਰੀ ਸਿੱਖਿਆ ਪਹੁੰਚੀ ਹੈ, ਜਿਸ ਨੂੰ ਕਿ ਅਸੀਂ ਉਸ ਵਚਨ ਨੂੰ ਲੈ ਕੇ, ਸਿੱਖ ਕੇ, ਗ੍ਰਹਿਣ ਕਰਕੇ ਤੁਹਾਡੇ ਤੱਕ ਲੈ ਕੇ ਆਉਂਦੇ ਹਾਂ ਹਰ ਐਤਵਾਰ, ਤਾਂ ਜੋ ਜਿੰਨੇ ਵੀ ਭੈਣ ਭਾਈ ਹਲੇ ਵੀ ਜੇ ਕਹੀਏ ਤਾਂ ਬਹੁਤ ਵੱਡੀ ਸੰਖਿਆ ਦੇ ਵਿੱਚ ਲੋਕ ਹਨ, ਮਸੀਹੀ ਲੋਕ ਹਨ, ਜੋ ਗਲਤ ਸਿੱਖਿਆਵਾਂ ਦੇ ਸ਼ਿਕਾਰ ਹਨ, ਸੱਚ ਔਰ ਝੂਠ ਦੇ ਵਿੱਚ ਫਰਕ ਨਹੀਂ ਸਮਝ ਪਾ ਰਹੇ, ਨਹੀਂ ਪਹਿਚਾਣ ਰਹੇ ਕਿ ਸੱਚ ਕੀ ਹੈ ਔਰ ਝੂਠ ਕੀ ਹੈ। ਸੋ ਵੀਡੀਓ ਬਣਾਉਣ ਦਾ ਮਕਸਦ ਸਿਰਫ ਇੱਕੋ ਹੈ
ਕਿ ਉਹਨਾਂ ਤੱਕ ਸਹੀ ਵਚਨ, ਖਰਾ ਵਚਨ ਜਾਂ ਜੋ ਅਸਲੀਅਤ ਹੈ, ਜੋ ਸੱਚਾਈ ਹੈ, ਉਹਨਾਂ ਤੱਕ ਪਹੁੰਚਦੀ ਹੋਵੇ। ਔਰ ਜਿਸ ਤਰ੍ਹਾਂ ਅਸੀਂ ਅੱਜ ਤੋਂ 2-2.5 ਸਾਲ ਪਹਿਲਾਂ ਇਹਨਾਂ ਝੂਠੇ ਪ੍ਰਚਾਰਕਾਂ ਦੇ ਵਿੱਚੋਂ, ਝੂਠੀਆਂ ਸਿੱਖਿਆਵਾਂ ਦੇ ਵਿੱਚੋਂ ਨਿਕਲ ਕੇ ਖਰੀ ਸਿੱਖਿਆ ਦੇ ਨਾਲ ਜੁੜੇ ਹੋਏ ਹਾਂ, ਤਾਂ ਮੈਂ ਤੁਹਾਨੂੰ ਸਾਰੇ ਭੈਣ ਭਰਾਈਆਂ ਨੂੰ ਇੱਕੋ ਇੱਕ ਬੇਨਤੀ, ਰਿਕੁਐਸਟ ਕਰਾਂਗਾ ਕਿ ਤੁਸੀਂ ਵੀ ਸਹੀ ਔਰ ਗਲਤ ਦੀ ਪਰਖ ਕਰਕੇ ਖਰੀ ਸਿੱਖਿਆ ਦਾ ਪਲੇਟਫਾਰਮ ਮਸੀਹ ਮੰਥਨ ਬੈਠਕ ਦੇ ਨਾਲ ਜੁੜ ਸਕਦੇ ਹੋ ਔਰ ਖਰੀ ਸਿੱਖਿਆ ਲੈ ਸਕਦੇ ਹੋ। ਖਰੀ ਸਿੱਖਿਆ ਦੇ ਨਾਲ ਹੀ ਉਧਾਰ ਹੋ ਸਕਦਾ ਹੈ। ਮੈਂ ਅਕਸਰ ਦੇਖਿਆ ਹੈ ਕਿ ਕਈ ਭੈਣ ਭਰਾ ਜਾਂ ਪ੍ਰਚਾਰਕ, ਜਦੋਂ ਮੈਂ ਵੀ ਝੂਠੀਆਂ ਸਿੱਖਿਆਵਾਂ ਦੇ ਵਿੱਚ ਫਸਿਆ ਹੋਇਆ ਸੀ, ਤਾਂ ਉਹ ਹਰ ਸੰਡੇ ਤੱਕ ਕਹਿੰਦੇ ਹੁੰਦੇ ਸੀ, ਔਰ ਮੈਂ ਵੀ ਸੁਣਦਾ ਹੁੰਦਾ ਸੀ ਕਿ ਤੁਸੀਂ ਸਾਰੇ ਜਿੰਨੇ ਬੈਠੇ ਹੋ, ਤੁਸੀਂ ਸਵਰਗ ਦੇ ਵਿੱਚ ਜਾਓਗੇ ਔਰ ਅਸੀਂ ਵੀ ਸਵਰਗ ਦੇ ਵਿੱਚ ਜਾਵਾਂਗੇ, ਸਾਡੇ ਨਾਲ ਹੋਵੋਗੇ। ਸਵਰਗ ਦੇ ਵਿੱਚ ਸੋਨੇ ਦੀਆਂ ਸੜਕਾਂ ਹਨ, ਉੱਥੇ ਜੇ ਹੈ, ਉੱਥੇ ਉਹ ਹੈ। ਉਸ ਟਾਈਮ ਲੱਗਦਾ ਸੀ ਕਿ ਵਾਕਈ ਬਪਤਿਸਮਾ ਲੈਣਾ ਹੀ ਉਧਾਰ ਹੈ। ਸਹੀ ਹੈ ਕਿ ਬਪਤਿਸਮਾ ਲੈ ਕੇ ਉਧਾਰ ਹੈ, ਪਰ ਉਧਾਰ ਤਾਂ ਹੈ ਅਗਰ ਤੁਸੀਂ ਪਰਮੇਸ਼ਵਰ ਦੇ ਵਚਨ ਦੇ ਅਕੋਰਡਿੰਗ, ਖਰਿਆਈ ਦੇ ਨਾਲ ਚੱਲਦੇ ਹੋ, ਤਾਂ ਹੀ ਤੁਹਾਡੀ ਮੁਕਤੀ ਹੈ। ਅਗਰ ਜੇ ਤੁਸੀਂ ਸੋਚਦੇ ਹੋ ਕਿ ਪਾਣੀ ਦਾ ਬਪਤਿਸਮਾ ਲੈਣ ਦੇ ਨਾਲ ਅਸੀਂ ਮੁਕਤੀ ਦੇ ਭਾਗੀਦਾਰ ਹੋ ਚੁੱਕੇ ਹਾਂ, ਜਾਂ ਸਾਨੂੰ ਮੁਕਤੀ ਮਿਲ ਚੁੱਕੀ ਹੈ, ਜਾਂ ਅਸੀਂ ਸਾਰੇ ਸਵਰਗ ਦੇ ਵਿੱਚ ਜਾਵਾਂਗੇ, ਤਾਂ ਭੈਣੋ ਅਤੇ ਭਰਾਵੋ, ਤੁਸੀਂ ਬਹੁਤ ਵੱਡੀ ਗਲਤਫਹਿਮੀ ਦੇ ਵਿੱਚ ਹੋ ਕਿ ਤੁਸੀਂ ਸਵਰਗ ਜਾ ਸਕਦੇ ਹੋ। ਕਿਉਂਕਿ ਵਚਨ ਦੇ ਵਿੱਚ ਲਿਖਿਆ ਹੈ, ਜੋ ਖਰਿਆਈ ਦੇ ਨਾਲ, ਪਵਿੱਤਰਤਾ ਦੇ ਨਾਲ ਚੱਲਦਾ ਹੈ, ਪਰਮੇਸ਼ਵਰ ਵੀ ਉਸੇ ਦੇ ਨਾਲ ਚੱਲਦਾ ਹੈ। ਅਗਰ ਤੁਸੀਂ ਸੋਚਦੇ ਹੋ ਕਿ ਅਸੀਂ ਪਾਣੀ ਦਾ ਬਪਤਿਸਮਾ ਲਿਆ ਹੈ ਅਤੇ ਹਾਂ, ਅਸੀਂ ਹਰ ਐਤਵਾਰ ਚਰਚ ਦੇ ਵਿੱਚ ਆਉਂਦੇ ਹਾਂ, 6 ਦਿਨ ਅਸੀਂ ਦੁਨਿਆਵੀ ਕੰਮ ਕਰਦੇ ਹਾਂ, ਤਾਂ ਤੁਸੀਂ ਬਹੁਤ ਵੱਡੀ ਗਲਤਫਹਿਮੀ ਦੇ ਵਿੱਚ ਹੋ। ਕਿਉਂਕਿ ਮੈਂ ਦੇਖਿਆ ਹੈ ਕਿਸ ਤਰ੍ਹਾਂ ਐਤਵਾਰ ਨੂੰ ਲੋਕਾਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਕਿ ਅੱਜ ਛੁਟਕਾਰੇ ਦੀ ਸਭਾ ਹੈ, ਅੱਜ ਫਲਾਨੀ ਸਭਾ ਹੈ, ਅੱਜ ਢਿਮਕਾਣੀ ਸਭਾ ਹੈ, ਅਤੇ ਲੋਕ ਵੀ ਉਹਨਾਂ ਚੀਜ਼ਾਂ ਨੂੰ ਲੈ ਕੇ ਬੜੇ ਉਤਸ਼ਾਹਿਤ ਹੁੰਦੇ ਹਨ ਕਿ ਵਾਕਈ ਸਾਡਾ ਛੁਟਕਾਰਾ ਅਗਲੇ ਐਤਵਾਰ ਚਰਚ ਦੇ ਵਿੱਚ ਹੋਵੇਗਾ, ਸਾਡੇ ਸਿਰ ਉੱਪਰ ਹੱਥ ਰੱਖ ਕੇ ਪ੍ਰਾਰਥਨਾ ਕੀਤੀ ਜਾਵੇਗੀ। ਖਾਸ ਕਰਕੇ ਜੋ ਵਿਸ਼ਵਾਸੀ ਲੋਕ ਹਨ, ਉਹ ਬਹੁਤ ਧੋਖਾ ਖਾ ਰਹੇ ਹਨ। ਜਾਂਦੇ ਹਨ, ਸਭ ਤੋਂ ਪਹਿਲਾਂ ਚਰਚ ਦੇ ਵਿੱਚ ਵਰਸ਼ਿਪ ਦੇ ਗੀਤ ਗਾਏ ਜਾਂਦੇ ਨੇ, ਘੰਟਾ ਘੰਟਾ ਢੋਲ ਕੁੱਟਿਆ ਜਾਂਦਾ ਹੈ। ਅੱਜ ਵੀ ਤੁਸੀਂ ਦੇਖ ਸਕਦੇ ਹੋ ਸੋਸ਼ਲ ਮੀਡੀਆ 'ਤੇ ਕਿ ਕਿਸ ਤਰ੍ਹਾਂ ਵਰਸ਼ਿਪ ਟੀਮ ਸਾਜ਼ਾਂ ਨੂੰ ਵਜਾਉਂਦੀ ਹੈ, ਢੋਲ ਕੁੱਟਦੀ ਹੈ, ਕੋਈ ਕੁਛ ਕਰਦਾ ਹੈ, ਕੋਈ ਕੁਛ ਕਰਦਾ ਹੈ। ਤਕਰੀਬਨ 1 ਘੰਟਾ ਅਤੇ ਘੰਟਾ ਸਿਰਫ ਅਤੇ ਸਿਰਫ ਲੋਕਾਂ ਦਾ ਮਨੋਰੰਜਨ ਕੀਤਾ ਜਾਂਦਾ ਹੈ। ਵਰਸ਼ਿਪ ਲੋਕਾਂ ਦੇ ਮਨੋਰੰਜਨ ਦੇ ਵਾਸਤੇ ਪਰਮੇਸ਼ਵਰ ਨੇ ਸਾਨੂੰ ਕਰਨ ਦੇ ਲਈ ਨਹੀਂ ਕਿਹਾ ਹੈ। ਵਰਸ਼ਿਪ ਦੇ ਨਾਲ ਅਸੀਂ ਲੋਕਾਂ ਨੂੰ ਖੁਸ਼ ਨਹੀਂ ਕਰਨਾ ਹੈ, ਅਸੀਂ ਸਾਡੇ ਪਰਮੇਸ਼ਵਰ ਨੂੰ ਖੁਸ਼ ਕਰਨਾ ਹੈ। ਢੋਲ ਵਜਾ ਕੇ, ਗਾਣੇ ਗਾ ਕੇ, ਭੰਗੜੇ ਪਾ ਕੇ, ਡਾਂਸ ਕਰਕੇ ਅਸੀਂ
ਪ੍ਰਮਾਤਮਾ ਨੂੰ ਖੁਸ਼ ਨਹੀਂ ਕਰ ਸਕਦੇ। ਹਾਂ, ਜੋ ਦੁਨੀਆ ਦਾ, ਸੰਸਾਰ ਦਾ ਇਬਲੀਸ ਹੈ, ਉਸ ਨੂੰ ਜ਼ਰੂਰ ਖੁਸ਼ ਕਰਦੇ ਹਾਂ। ਮੈਂ ਦੇਖਦਾ ਹੁੰਦਾ ਸੀ ਕਿ ਕਿਸ ਤਰ੍ਹਾਂ ਕ੍ਰਿਸਮਿਸ ਵਾਲੇ ਦਿਨ ਢੋਲ ਢਮੱਕਾ ਕੀਤਾ ਜਾਂਦਾ ਹੈ, ਢੋਲ ਵਜਾਏ ਜਾਂਦੇ ਆ, ਗੀਤ ਗਾਏ ਜਾਂਦੇ ਆ, ਔਰ ਕਿੰਨਾਂ ਤਰਜ਼ਾਂ ਦੇ ਉੱਪਰ ਗੀਤ ਗਾਏ ਜਾਂਦੇ ਆ। ਕੋਕ ਰੌਲੀ ਵਾਲੇ ਗੀਤਾਂ ਦੇ ਉੱਪਰ ਕਿਸ ਤਰ੍ਹਾਂ ਡਾਂਸ ਕੀਤਾ ਜਾਂਦਾ ਹੈ, ਜੋ ਕਹਿੰਦੇ ਆ ਕਿ ਅਸੀਂ ਪ੍ਰਭੂ ਦੇ ਸੇਵਕ ਹਾਂ, ਦਾਸ ਹਾਂ। ਪਤਾ ਨਹੀਂ ਕਿਉਂ ਮੈਨੂੰ ਸ਼ੁਰੂ ਤੋਂ ਹੀ ਇਹ ਚੀਜ਼ਾਂ ਮਤਲਬ ਅਜੀਬ ਲੱਗਦੀਆਂ ਹੁੰਦੀਆਂ ਸੀ ਕਿ ਇਹ ਨਹੀਂ ਹੋਣਾ ਚਾਹੀਦਾ, ਇਹ ਗਲਤ ਹੈ। ਜੇ ਅਸੀਂ ਕਦੇ ਕਹਿ ਵੀ ਦਿੰਦੇ ਕਿ ਮਤਲਬ ਇਹ ਚੀਜ਼ਾਂ ਗਲਤ ਹਨ ਜਾਂ ਚੰਗੀਆਂ ਨਹੀਂ, ਸ਼ੋਭਾ ਨਹੀਂ ਦਿੰਦੀਆਂ, ਤਾਂ ਸਾਡੀਆਂ ਗੱਲਾਂ ਨੂੰ ਅਣਗੌਲੇ ਕੀਤਾ ਜਾਂਦਾ ਸੀ। ਕਿਉਂਕਿ ਹੁਣ ਵੀ ਅਗਰ ਜੇ ਕੋਈ ਚਰਚ ਦੇ ਵਿੱਚ ਸੱਚ ਬੋਲਣ ਦੀ ਹਿੰਮਤ ਕਰਦਾ ਹੈ ਤਾਂ ਉਸ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਮਤਲਬ ਇਹ ਚਾਹੁੰਦੇ ਆ ਕਿ ਇਹ ਚਰਚ ਦੇ ਵਿੱਚੋਂ ਚਲਾ ਜਾਵੇ, ਕਿਉਂਕਿ ਉਹ ਨਹੀਂ ਚਾਹੁੰਦੇ ਕਿ ਸਾਨੂੰ ਕੋਈ ਰੋਕ ਟੋਕ ਕਰਨ ਵਾਲਾ ਹੋਵੇ। ਇਹ ਸਿਰਫ ਅਤੇ ਸਿਰਫ ਸਾਡੀ ਚਰਚ ਹੈ, ਅਸੀਂ ਆਪਣੀ ਮਰਜ਼ੀ ਨਾਲ ਜੋ ਮਰਜ਼ੀ ਕਰੀਏ। ਪਰ ਇਹ ਭੁੱਲ ਜਾਂਦੇ ਹਨ ਕਿ ਚਰਚ ਜਾਂ ਕਲੀਸਿਆ ਇਹਨਾਂ ਦੀ ਆਪਣੀ ਨਹੀਂ ਹੈ। ਕਲੀਸਿਆ ਪਰਮੇਸ਼ਵਰ ਦੀ ਹੈ। ਪਰਮੇਸ਼ਵਰ ਨੇ ਡਿਊਟੀ ਲਾਈ ਹੈ ਕਿ ਤੁਸੀਂ ਮੇਰੀ ਕਲੀਸਿਆ ਨੂੰ ਬਚਨ ਦੇ ਵਿੱਚ ਤਕੜੇ ਕਰੋ, ਉਹਨਾਂ ਨੂੰ ਤਿਆਰ ਕਰੋ, ਕਿਉਂਕਿ ਬਾਈਬਲ ਦੇ ਵਿੱਚ ਇੱਕ ਮਹਾਨ ਆਗਿਆ ਸਾਨੂੰ ਦਿੱਤੀ ਗਈ ਹੈ ਕਿ ਜਾਤੀ ਜਾਤੀ ਦੇ ਲੋਕਾਂ ਦੇ ਵਿੱਚ ਜਾ ਕੇ ਮੇਰਾ ਪ੍ਰਚਾਰ ਕਰੋ, ਸ਼ੁਭ ਸਮਾਚਾਰ ਸੁਣਾਓ, ਚੇਲੇ ਬਣਾਓ, ਬਪਤਿਸਮਾਂ ਦਿਓ ਔਰ ਉਹਨਾਂ ਨੂੰ ਪ੍ਰਚਾਰ ਵਾਸਤੇ ਘੱਲੋ। ਪਿਛਲੇ ਤਕਰੀਬਨ 3-4 ਸਾਲ ਤੋਂ ਮੈਂ ਦੇਖ ਰਿਹਾ ਹਾਂ ਕਿ ਬਹੁਤ ਘੱਟ, ਬਹੁਤ ਕੀ ਜੇ ਆਪਾਂ ਦੇਖੀਏ ਤਾਂ ਸਿਰਫ ਅਤੇ ਸਿਰਫ 10% ਸੇਵਕ ਹਨ ਜੋ ਸਹੀ ਰੀਤੀ ਦੇ ਨਾਲ ਪਰਮੇਸ਼ਵਰ ਦੇ ਕੰਮ ਨੂੰ ਕਰ ਰਹੇ ਹਨ, ਔਰ 90% ਦਾ ਬੇੜਾ ਗਰਕ ਹੈ। 90% ਵਾਲਾ ਜੇ ਅਸੀਂ ਦੇਖੀਏ ਤਾਂ ਅੱਜ ਤੱਕ ਜਿੱਥੋਂ ਤੱਕ ਮੈਂ ਦੇਖਿਆ ਕਿ ਇੱਕ ਵੀ ਚੇਲਾ ਤਿਆਰ ਕਰਕੇ ਉਹ ਨਹੀਂ ਭੇਜ ਸਕੇ ਕਿ ਜਾਓ ਤੁਸੀਂ ਪ੍ਰਚਾਰ ਕਰੋ, ਪਰਮੇਸ਼ਵਰ ਦੇ ਸ਼ੁਭ ਸਮਾਚਾਰ ਨੂੰ ਸੁਣਾਓ, ਫੈਲਾਓ, ਨਹੀਂ ਕਰ ਸਕੇ। ਸਿਰਫ ਅਤੇ ਸਿਰਫ ਉਹ ਆਪਣੇ ਤੱਕ ਹੀ ਸਭ ਕੁਝ ਸੀਮਤ ਰੱਖੀ ਬੈਠੇ ਹਨ ਕਿ ਸਿਰਫ ਅਤੇ ਸਿਰਫ ਅਸੀਂ ਹੀ ਪ੍ਰਚਾਰ ਕਰ ਸਕਦੇ ਹਾਂ। ਹਰ ਐਤਵਾਰ ਕਿਸ ਤਰ੍ਹਾਂ ਕਲੀਸਿਆ ਨੂੰ ਗੁੰਮਰਾਹ ਕੀਤਾ ਜਾਂਦਾ ਹੈ ਕਿ ਸਾਡੇ ਕੋਲ ਆਓ, ਸਾਨੂੰ ਆਪਣੀ ਦੁੱਖ ਤਕਲੀਫ ਦੱਸੋ, ਫਿਰ ਅਸੀਂ ਤੁਹਾਡੇ ਸਿਰ ਦੇ ਉੱਪਰ ਹੱਥ ਰੱਖ ਕੇ ਤੁਹਾਡੇ ਲਈ ਪ੍ਰਾਰਥਨਾ ਕਰਾਂਗੇ, ਸਾਡੀ ਪਰਮੇਸ਼ਵਰ ਜ਼ਿਆਦਾ ਸੁਣਦਾ। ਕਿਉਂਕਿ ਪਰਮੇਸ਼ਵਰ ਕਹਿੰਦਾ ਤੁਸੀਂ ਮੰਗੋ ਤਾਂ ਸਹੀ, ਤੁਸੀਂ ਆਪਣਾ ਦੁੱਖ ਦੱਸੋ ਤਾਂ ਸਹੀ, ਤੁਸੀਂ ਮੇਰੇ ਨਾਲ ਬੈਠ ਕੇ ਗੱਲਾਂ ਕਰੋ ਤਾਂ ਸਹੀ, ਮੈਂ ਸਭ ਦੀ ਸੁਣਦਾ ਹਾਂ। ਵਚਨ ਦੇ ਵਿੱਚ ਤਾਂ ਇੱਥੋਂ ਤੱਕ ਲਿਖਿਆ ਹੈ ਕਿ ਤੁਹਾਡੇ ਮੰਗਣ ਤੋਂ ਪਹਿਲਾਂ, ਤੁਹਾਡੇ ਬੋਲਣ ਤੋਂ ਪਹਿਲਾਂ ਉਹ ਸਭ ਕੁਝ ਜਾਣਦਾ ਹੈ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ। ਫਿਰ ਅਸੀਂ ਕਿਉਂ ਆਪਣੀਆਂ ਪ੍ਰਾਰਥਨਾਵਾਂ ਨੂੰ ਲੈ ਕੇ ਇਹਨਾਂ ਦੇ ਪਾਸਟਰਾਂ ਦੇ ਪਿੱਛੇ ਭੱਜਦੇ ਹਾਂ ਕਿ ਸਾਡੇ ਲਈ ਪ੍ਰਾਰਥਨਾ ਕਰੋ। ਕਿਸ ਤਰ੍ਹਾਂ ਦਾਨ ਦੇ ਦਸਵੰਧ ਤੇ ਲੋਕਾਂ ਨੂੰ ਠੱਗਦੇ ਆ, ਔਰ ਕਿਸ ਤਰ੍ਹਾਂ ਲੋਕਾਂ ਨੂੰ ਮਤਲਬ ਲਾਲਚ ਦੇ ਕੇ, ਹੈ ਨਾ। ਇੱਕ ਮੈਂ ਚੀਜ਼ ਨੋਟ ਕੀਤੀ ਹੈ ਕਿ ਤੁਸੀਂ ਕਿਤੇ ਵੀ ਚਰਚ ਦੇ ਵਿੱਚ ਜਾਓ ਤਾਂ ਉੱਥੇ ਇਹਨਾਂ ਨੇ ਲੰਗਰ ਜ਼ਰੂਰ ਤਿਆਰ ਕਰਨਾ ਹੁੰਦਾ ਹੈ। ਹਾਲਾਂਕਿ ਅਸੀਂ ਲੰਗਰ ਦੇ ਖਿਲਾਫ ਨਹੀਂ, ਪਰ ਕੀ ਇਹ ਸਰੀਰਕ ਖੁਰਾਕ ਦੇ ਵੱਲ ਜ਼ਿਆਦਾ ਧਿਆਨ ਤਾਂ ਨਹੀਂ ਦੇ ਰਹੇ।
ਸਾਨੂੰ ਸਰੀਰਕ ਖੁਰਾਕ ਤਾਂ ਨਹੀਂ ਜ਼ਿਆਦਾ ਦੇ ਰਹੇ। ਇਹ ਸੋਚਣ ਵਾਲੀ ਗੱਲ ਹੈ। ਆਤਮਿਕ ਖੁਰਾਕ ਜਿਸ ਦੀ ਸਾਨੂੰ ਲੋੜ ਹੈ ਉਹ ਤਾਂ ਸਾਨੂੰ ਮਿਲ ਨਹੀਂ ਰਹੀ। ਸਿਰਫ ਤੇ ਸਿਰਫ ਸਰੀਰਕ ਖੁਰਾਕ ਤੱਕ ਜ਼ੋਰ ਹੈ। ਤਾਂ ਉਹੀ ਜੀ ਕਲੀਸਿਆ ਬਣ ਚੁੱਕੀ ਆ ਕਿ ਹਾਂ ਜੀ ਚਲੋ ਐਤਵਾਰ ਨੂੰ ਉੱਥੇ ਦੁਪਹਿਰੇ ਕੜੀ ਚੌਲ ਖਾਵਾਂਗੇ ਜਾਂ ਉੱਥੇ ਜੇ ਖਾਵਾਂਗੇ ਉਹ ਖਾਵਾਂਗੇ। ਸਿਰਫ ਤੇ ਸਿਰਫ ਸਰੀਰਕ ਖੁਰਾਕ ਵੱਲ ਧਿਆਨ ਹੈ। ਆਤਮਿਕ ਖੁਰਾਕ ਤੋਂ ਸਾਨੂੰ ਦੂਰ ਰੱਖਿਆ ਜਾਂਦਾ ਹੈ। ਬਚਨ ਦੇ ਵਿੱਚ ਲਿਖਿਆ ਹੈ ਕਿ ਰੋਟੀ ਤੋਂ ਬਿਨਾਂ ਮਨੁੱਖ ਜਿਉਂਦਾ ਰਹਿ ਸਕਦਾ, ਪਰ ਬਚਨ ਦੇ ਬਿਨਾਂ ਨਹੀਂ। ਵਚਨ ਤੋਂ ਬਿਨਾਂ ਸਾਡੀ ਆਤਮਾ ਕਮਜ਼ੋਰ ਹੈ। ਜੇ ਅਸੀਂ ਇਬਲੀਸ ਦੀਆਂ ਸ਼ਕਤੀਆਂ ਨਾਲ ਲੜਨਾ ਹੈ ਤਾਂ ਸਾਨੂੰ ਸਰੀਰਕ ਖੁਰਾਕ ਦੀ ਨਹੀਂ, ਆਤਮਿਕ ਖੁਰਾਕ ਦੀ ਲੋੜ ਹੈ। ਭੈਣੋ ਅਤੇ ਭਰਾਵੋ, ਇਹ ਗੱਲ ਚੰਗੀ ਤਰ੍ਹਾਂ ਸਾਨੂੰ ਸਮਝਣੀ ਪਵੇਗੀ। ਸਮਾਂ ਬਹੁਤ ਘੱਟ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਅੰਤ ਦਾ ਸਮਾਂ ਚੱਲ ਰਿਹਾ ਹੈ। ਵਚਨ ਨੂੰ ਵੱਧ ਤੋਂ ਵੱਧ ਫੈਲਾਉਣ ਦੀ ਲੋੜ ਹੈ, ਪਰ ਪਰਮੇਸ਼ਵਰ ਦਾ ਜੋ ਸਹੀ ਰੀਤੀ ਦੇ ਨਾਲ ਕੰਮ ਹੈ ਉਹ ਬਹੁਤ ਘੱਟ ਹੋ ਰਿਹਾ ਹੈ। ਸਿਰਫ ਤੇ ਸਿਰਫ 10% ਜੋ ਸਹੀ ਟੀਚਰ ਹਨ, ਜੋ ਸਾਡੇ ਤੱਕ ਖਰੀ ਸਿੱਖਿਆ ਲੈ ਕੇ ਆ ਰਹੇ ਹਨ, ਉਹ ਸਿਰਫ ਤੇ ਸਿਰਫ 10% ਹਨ। 90% ਇੱਥੇ ਮਨੋਰੰਜਨ ਵਾਲੇ, ਪੈਸਾ ਇਕੱਠਾ ਕਰਨ ਵਾਲੇ ਲੋਕ ਹਨ ਜੋ ਸਾਨੂੰ ਗੁੰਮਰਾਹ ਕਰ ਰਹੇ ਹਨ। ਇਹਨਾਂ ਲੋਕਾਂ ਵੱਲੋਂ ਹਰ ਸਾਲ ਕ੍ਰਿਸਮਸ ਮਨਾਈ ਜਾਂਦੀ ਹੈ, ਗੁੱਡ ਫਰਾਈਡੇ ਮਨਾਇਆ ਜਾਂਦਾ ਹੈ। ਕ੍ਰਿਸਮਸ ਵਾਲੇ ਦਿਨ ਬੜਾ ਗਿੱਧਾ, ਭੰਗੜਾ, ਡਾਂਸ ਕੀਤਾ ਜਾਂਦਾ ਹੈ। ਔਰ ਸਭ ਤੋਂ ਜੋ ਮੇਨ ਚੀਜ਼ ਹੈ, ਕਿਉਂਕਿ ਜਿਹੜੀ ਚਰਚ ਦੇ ਵਿੱਚ ਮੈਂ ਜਾਂਦਾ ਸੀ ਉੱਥੇ ਮੈਂ ਇੱਕ ਚੀਜ਼ ਦੇਖੀ ਕਿ ਇਹਨਾਂ ਕੋਲ ਇੱਕ ਝੋਲਾ ਟਾਈਪ ਹੁੰਦਾ ਹੈ ਪੈਸੇ ਪਾਉਣ ਵਾਸਤੇ, ਜਿਸ ਨੂੰ ਇਹ ਦਸਵੰਧ ਕਹਿੰਦੇ ਹਨ, ਕਿ ਅਸੀਂ ਦਸਵੰਧ ਇਕੱਠਾ ਕਰਦੇ ਹਾਂ। ਇਹਨਾਂ ਦਾ ਸਿਰਫ ਤੇ ਸਿਰਫ ਫੋਕਸ, ਜਿੱਥੋਂ ਤੱਕ ਮੈਂ ਨੋਟ ਕੀਤਾ ਹੈ, ਪੈਸਾ ਇਕੱਠਾ ਕਰਨਾ ਹੈ। ਵਚਨ ਤੱਕ ਕੋਈ ਮਤਲਬ ਨਹੀਂ, ਰੂਹਾਂ ਵਿੱਚ ਆਉਣ ਤੱਕ ਕੋਈ ਮਤਲਬ ਨਹੀਂ। ਵਚਨ ਦੇ ਵਿੱਚ ਲਿਖਿਆ ਕਿ 100 ਭੇਡਾਂ ਦੇ ਵਿੱਚੋਂ ਜੇ ਇੱਕ ਭੇਡ ਗੁਆਚਦੀ ਹੈ ਨਾ, ਤਾਂ ਚਰਵਾਹਾ 99 ਭੇਡਾਂ ਛੱਡ ਕੇ ਜੋ ਗੁਆਚ ਗਈ ਹੈ ਉਸ ਦੀ ਭਾਲ ਕਰੇਗਾ ਕਿ ਉਹ ਕੌਣ ਗਾਚੀ ਹੈ। ਪਰ ਇਹ ਲੋਕ, ਮੈਂ ਇਹ ਕਹਿੰਦੇ ਸੁਣੇ ਆ ਕਿ ਜਿਹਦਾ ਜੀ ਕਰਦਾ ਜਾਓ, ਜਿਹਦਾ ਜੀ ਕਰਦਾ ਆਓ। ਫਿਰ ਤੁਸੀਂ ਕੀ ਬਣਾ ਰੱਖਿਆ ਹੈ? ਇਹ ਮੇਲਾ ਥੋੜ੍ਹੀ ਹੈ। ਜਿਹਦਾ ਜੀ ਕਰਦਾ ਜਾਓ, ਜਿਹਦਾ ਜੀ ਕਰਦਾ ਆਓ। ਜੇ ਤੁਸੀਂ ਸਮਝਦੇ ਹੋ ਆਪਣੇ ਆਪ ਨੂੰ ਕਿ ਅਸੀਂ ਵਾਕਈ ਸੇਵਕ ਹਾਂ, ਦਾਸ ਹਾਂ, ਤਾਂ ਤੁਸੀਂ ਸਹੀ ਰੀਤੀ ਦੇ ਨਾਲ ਕਿਉਂ ਨਹੀਂ ਕੰਮ ਕਰ ਪਾਉਂਦੇ? ਕਿਉਂ ਸਿਰਫ ਤੇ ਸਿਰਫ ਤੁਹਾਡਾ ਫੋਕਸ ਪੈਸਾ ਹੈ? ਕਿਉਂ ਫਿਰ ਤੁਸੀਂ ਲੋਕਾਂ ਨੂੰ ਲੁੱਟਦੇ ਹੋ? ਤੁਸੀਂ ਕਿਸੇ ਗਰੀਬ ਨੂੰ ਨਹੀਂ ਦੇਖਦੇ ਕਿ ਉਸ ਦੀ ਜੇਬ ਦੇ ਵਿੱਚ ਪੈਸਾ ਹੈ ਜਾਂ ਨਹੀਂ ਹੈ। ਤੁਹਾਨੂੰ ਤਾਂ ਸਿਰਫ ਪੈਸਾ ਚਾਹੀਦਾ, ਤੁਹਾਡਾ ਮਕਸਦ ਸਿਰਫ ਪੈਸਾ ਕਮਾਉਣਾ। ਮੈਂ ਸਾਰੇ ਭੈਣ ਭਰਾਵਾਂ ਨੂੰ ਕਹਿਣਾ ਚਾਹੁੰਦਾ, ਇੱਕ ਚੀਜ਼ ਨੋਟ ਕਰਿਓ, ਜਿੰਨੇ ਵੀ ਚਰਚ ਦੇ ਵਿੱਚ ਜਾਂਦੇ ਹੋ ਸਭ ਨੇ ਇੱਕ ਚੀਜ਼ ਨੋਟ ਕਰਨੀ ਹੈ ਕਿ ਤੁਹਾਨੂੰ ਚਰਚ ਜਾਂਦਿਆਂ ਨੂੰ 2 ਸਾਲ 4 ਸਾਲ 5 ਸਾਲ ਹੋ ਗਏ,
ਇਹ ਹਰ ਐਤਵਾਰ ਤੁਹਾਨੂੰ ਕਹਿੰਦੇ ਆ ਕਿ ਦਾਨ ਦਿਓ, ਦਸਵੰਧ ਦਿਓ, ਜੇ 10 ਦਿਓਗੇ ਤਾਂ 100 ਮਿਲੂਗਾ, 100 ਦਿਓਗੇ ਤਾਂ 1000 ਮਿਲੂਗਾ, 1000 ਦਿਓਗੇ ਤਾਂ 10,000 ਮਿਲੂਗਾ। ਇਸਨੂੰ 10 ਗੁਣਾ ਕਰਕੇ ਪਰਮੇਸ਼ਰ ਵਾਪਸ ਲਟਾਊਗਾ। ਤੁਹਾਨੂੰ ਤਾਂ 10 ਗੁਣਾ ਵਾਪਸ ਮਿਲੇ ਜਾਂ ਨਾ ਮਿਲੇ, ਗੱਲ ਵੱਖਰੀ ਹੈ, ਪਰ ਇਹਨਾਂ ਦੀ ਜੇਬ ਜ਼ਰੂਰ ਭਰਦੀ ਹੈ। ਨੋਟ ਕਰਿਓ, ਕਿੰਨੇ ਬੰਦੇ 5 ਸਾਲ ਦੇ ਵਿੱਚ ਆਰਥਿਕ ਤੌਰ 'ਤੇ ਤਰੱਕੀ ਕਰ ਪਾਏ ਨੇ। ਪਰ ਜੇ ਤੁਸੀਂ ਉਸ ਝੂਠੇ ਸਿੱਖਿਅਕ ਵੱਲ ਦੇਖੋਗੇ, ਉਹਨੇ ਜ਼ਰੂਰ ਤਰੱਕੀ ਕੀਤੀ ਹੈ ਤੁਹਾਡੇ ਪੈਸੇ ਦੇ ਨਾਲ, ਉਹਨੇ ਜ਼ਰੂਰ ਘਰ ਬਦਲਿਆ ਤੁਹਾਡੇ ਪੈਸੇ ਦੇ ਨਾਲ, ਜ਼ਰੂਰ ਨਵਾਂ ਫਰਨੀਚਰ ਆਇਆ ਤੁਹਾਡੇ ਪੈਸੇ ਦੇ ਨਾਲ, ਐਸ਼ ਕਰਦੇ ਆ ਤੁਹਾਡੇ ਪੈਸੇ ਦੇ ਨਾਲ, ਪਰ ਕਲੀਸਿਆ ਤਾਂ ਉੱਥੇ ਦੀ ਉੱਥੇ ਆ। ਜੇ ਇਸ ਤਰ੍ਹਾਂ ਹੁੰਦਾ ਕਿ ਤੁਹਾਡੇ ਪੈਸਾ ਦੇਣ ਦੇ ਨਾਲ ਤੁਸੀਂ ਅਮੀਰ ਹੋ ਸਕਦੇ ਹੋ, ਫਿਰ ਕਿਉਂ ਨਹੀਂ ਹੋ ਪਾਉਂਦਾ। ਵਚਨ ਦੇ ਵਿੱਚ ਲਿਖਿਆ, ਅਸੀਂ ਦਾਨ ਦੇ ਵਿਰੁੱਧ ਨਹੀਂ ਹਾਂ, ਦਸਵੰਧ ਦੇ ਵਿਰੁੱਧ ਨਹੀਂ ਹਾਂ ਕਿ ਨਹੀਂ ਦੇਣਾ ਚਾਹੀਦਾ, ਦਿਓ, ਪਰ ਵਚਨ ਦੇ ਵਿੱਚ ਲਿਖਿਆ ਆਪਣੀ ਖੁਸ਼ੀ ਦੇ ਨਾਲ ਦਿਓ, ਕੁੜ ਕੁੜ ਕੇ ਨਾ ਦਿਓ। ਪਰ ਇਹ ਲੋਕ ਕਹਿੰਦੇ ਆ ਜੋ ਦੇਊਗਾ ਆਸ਼ੀਸ਼ ਆਏਗੀ, ਜੋ ਨਹੀਂ ਦੇਊਗਾ ਤਾਂ ਸ਼ਾਪ ਆਏਗਾ। ਫਿਰ ਡਰਾ ਕੇ ਪੈਸੇ ਲੈਣ ਦਾ ਮਤਲਬ ਕੀ ਹੈ? ਕਿਉਂ ਨਹੀਂ ਕਹਿੰਦੇ? ਇਹ ਕਿਉਂ ਨਹੀਂ ਪ੍ਰਚਾਰ ਕਰਦੇ ਕਿ ਵਚਨ ਦੇ ਵਿੱਚ ਲਿਖਿਆ ਆਪਣੀ ਖੁਸ਼ੀ ਨਾਲ ਦਿਓ? ਪਤਾ ਹੈ ਜੇ ਇਸ ਤਰ੍ਹਾਂ ਕਹਾਂਗੇ ਤਾਂ ਸਾਡੇ ਜੋ ਘਰ-ਬਾਰ ਹੈ ਨਹੀਂ ਚੱਲ ਪਾਏਗਾ, ਔਰ ਇਹ ਸੱਚਾਈ ਹੈ, ਕਿਉਂਕਿ ਇਹ ਲੋਕਾਂ ਦੇ ਪੈਸੇ ਦੇ ਨਾਲ ਆਪਣਾ ਘਰ-ਬਾਰ ਚਲਾਉਂਦੇ ਆ। ਹਾਲਾਂਕਿ ਪੌਲਸ ਨੇ ਕਿਹਾ ਸੀ ਕਿ ਤੁਸੀਂ ਆਪਣੀ ਜੀਵਕਾ ਖੁਦ ਕਮਾਓ, ਆਪਣਾ ਪੇਟ, ਆਪਣਾ ਪਰਿਵਾਰ ਆਪਣਾ ਖੁਦ ਕੰਮ ਕਰਕੇ ਚਲਾਓ। ਇਹ ਤਾਂ ਨਹੀਂ ਲਿਖਿਆ ਸੀ ਕਿ ਤੁਸੀਂ ਲੋਕਾਂ ਤੋਂ ਪੈਸਾ ਇਕੱਠਾ ਕਰੋ ਔਰ ਲੋਕਾਂ ਦੇ ਪੈਸੇ ਦੇ ਨਾਲ ਐਸ਼ ਕਰੋ। ਪਿਛਲੇ ਸਮੇਂ ਦੇ ਵਿੱਚ ਤਕਰੀਬਨ 1.5 ਮਹੀਨਾ 2 ਮਹੀਨੇ ਪਹਿਲਾਂ ਦੀ ਗੱਲ ਹੈ, ਅਤੇ ਮੈਨੂੰ ਇੱਕ ਇਨਸਾਨ ਦੇ ਨਾਲ, ਪਾਸਟਰ ਦੇ ਨਾਲ ਕਹਿ ਲਓ, ਗੱਲਬਾਤ ਕਰਨ ਦਾ ਮੌਕਾ ਮਿਲਿਆ। ਕਿਉਂਕਿ ਮੈਂ ਚਾਹੁੰਦਾ ਸੀ ਕਿ ਉਹ ਵੀ ਖਰੇ ਵਚਨ ਨੂੰ ਲੈ ਕੇ ਲੋਕਾਂ ਤੱਕ ਪਹੁੰਚੇ, ਪਰ ਉਹਦੀਆਂ ਗੱਲਾਂ ਬਾਤਾਂ ਸੁਣ ਕੇ ਮੈਨੂੰ ਅਜੀਬ ਜਿਹਾ ਲੱਗਿਆ। ਜਿੱਥੋਂ ਤੱਕ ਮੈਂ ਸਮਝ ਪਾਇਆ ਕਿ ਉਸ ਇਨਸਾਨ ਦੇ ਅੰਦਰ ਈਗੋ ਸੀ। ਉਹ ਕਹਿ ਰਿਹਾ ਸੀ, ਜੀ ਪਾਸਟਰ ਡੈਨੀਅਲ ਰਾਜ ਜੀ ਕਹਿੰਦੇ ਆ ਕਿ ਤੁਸੀਂ ਪੁੱਛੋ, ਜਦੋਂ ਤੁਸੀਂ ਚਰਚ ਦੇ ਵਿੱਚ ਪੈਸਾ ਦਿੰਦੇ ਹੋ ਤਾਂ ਤੁਸੀਂ ਪੁੱਛੋ ਪਾਸਟਰ ਨੂੰ ਕਿ ਉਹ ਪੈਸਾ ਕਿੱਥੇ ਲੱਗਿਆ। ਹਾਂ, ਮੈਂ ਵੀ ਕਹਿ ਰਿਹਾ ਕਿ ਬਿਲਕੁਲ ਸਹੀ ਹੈ, ਅਸੀਂ ਪੁੱਛ ਸਕਦੇ ਹਾਂ। ਉਹ ਮੈਨੂੰ ਕਹਿ ਰਿਹਾ ਸੀ, ਕਹਿੰਦਾ ਅਗਰ ਤੁਸੀਂ ਕਿਸੇ ਨੂੰ ਗਿਫਟ ਦਿੰਦੇ ਹੋ ਤਾਂ ਗਿਫਟ ਦੇ ਕੇ ਤੁਸੀਂ ਪੁੱਛੋ ਕਿ ਉਹ ਗਿਫਟ ਦਾ ਕੀ ਕੀਤਾ, ਫਿਰ ਉਹ ਗਿਫਟ ਦਿੱਤੇ ਦਾ ਕੀ ਫਾਇਦਾ। ਹਾਲਾਂਕਿ ਮੈਂ ਉਸ ਇਨਸਾਨ ਦੇ ਨਾਲ ਬਹਿਸ ਨਹੀਂ ਕਰਨਾ ਚਾਹੁੰਦਾ ਸੀ, ਪਰ ਉਸ ਇਨਸਾਨ ਨੂੰ ਅਗਰ ਪੁੱਛੇ ਤਾਂ ਗਿਫਟ ਇੱਕ ਵੱਖਰੀ ਚੀਜ਼ ਹੈ, ਔਰ ਜੋ ਦਸਵੰਧ ਹੈ, ਤਾਇਤ ਹੈ, ਇੱਕ ਵੱਖਰੀ ਚੀਜ਼ ਹੈ। ਮੈਂ ਮੰਨਦਾ ਕਿ ਅਸੀਂ ਕਿਸੇ ਨੂੰ ਗਿਫਟ ਦੇ ਕੇ ਨਹੀਂ ਪੁੱਛ ਸਕਦੇ ਕਿ ਤੁਸੀਂ ਉਸ ਗਿਫਟ ਦਾ ਕੀ ਕੀਤਾ। ਸਹਿਮਤ ਹਾਂ, ਜੋ ਗਿਫਟ ਅਸੀਂ ਦੇਤਾ ਉਸ ਗਿਫਟ ਦਾ ਜੋ ਮਰਜ਼ੀ ਕਰੇ ਉਸਨੂੰ ਨਹੀਂ ਪੁੱਛ ਸਕਦੇ, ਕਿਉਂਕਿ ਅਸੀਂ ਆਪਣੇ ਵੱਲੋਂ ਦੇ ਚੁੱਕੇ ਹਾਂ। ਪਰ ਇੱਥੇ ਕਨਸੈਪਟ ਵੱਖਰਾ, ਇੱਥੇ ਗੱਲ ਵੱਖਰੀ ਹੈ। ਸਾਡੇ ਦਿੱਤੇ ਦਾਨ ਦੇ ਨਾਲ, ਸਾਡੇ ਦਿੱਤੇ ਦਸਵੰਧ ਦੇ ਨਾਲ ਅਗਰ ਤਾਂ ਪਰਮੇਸ਼ਰ ਦੇ ਕੰਮ ਦੇ ਵਿੱਚੋਂ ਪੈਸਾ ਯੂਜ਼ ਹੋ ਰਿਹਾ ਸਹੀ ਤਰੀਕੇ ਦੇ ਨਾਲ, ਫਿਰ ਤਾਂ ਠੀਕ ਹੈ। ਅਗਰ ਉਹ ਪੈਸਾ ਪਰਮੇਸ਼ਰ ਦੇ ਕੰਮ ਵਾਸਤੇ ਨਹੀਂ ਵਰਤਿਆ ਜਾਂਦਾ, ਜੋ ਪਾਸਟਰ ਆਪਣੇ ਘਰ ਦੇ ਲਈ ਵਰਤਦਾ, ਤਾਂ ਅਸੀਂ ਪੁੱਛ ਸਕਦੇ ਹਾਂ, ਔਰ ਸਾਨੂੰ ਪੁੱਛਣਾ ਵੀ ਚਾਹੀਦਾ ਕਿ ਤੁਹਾਡੇ ਕੋਲ ਇੰਨਾ ਪੈਸਾ ਅਸੀਂ ਤੁਹਾਨੂੰ ਦਿੱਤਾ ਅਤੇ ਪੈਸੇ ਦਾ ਕੀ ਕੀਤਾ। ਪਰਮੇਸ਼ਰ ਦੇ ਕੰਮ ਦੇ ਲਈ ਵਰਤਿਆ ਜਦ ਫਿਰ ਤੁਸੀਂ ਆਪਣੇ ਢਿੱਡ ਭਰੇ ਆ। ਪੁੱਛ ਸਕਦੇ ਹਾਂ, ਸਾਨੂੰ ਪੁੱਛਣਾ ਚਾਹੀਦਾ, ਕਿਉਂਕਿ ਸਾਨੂੰ ਇਹੀ ਕੁਝ ਪਾਸਟਰ ਡੈਨੀਅਲ ਰਾਜ ਨੇ ਸਿਖਾਇਆ
कि क्वेश्चन करना, सवाल करना सीखो, क्योंकि तुहाडा दिता पैसा और मैं अज कहना चाहना भैन भाइयों नूं, क्योंकि मसीह मंथन बैठक के लोग तो सब गल्लां जाणदे आ, जाण चुके आ भली भांति, पर जो अज विश्वासी हो के भी विश्वास दे विच नहीं जां विश्वासियां दे काम नहीं कर रहे, तो उन्होंने कहना चाहना कि भरावो तुसीं भी पुछो, तुसीं भी अपने लोकल पास्टर नूं पुछो कि पास्टर जी जो असीं पैसा दिन्ने आ तुसीं करदे की हो, उहदा कित्थे लाउने हो, कि वह परमेश्वर के काम के लिए वरत्या जाता है जां फिर तुसीं अपना घर-बार चलाउंदे हो, अपने घर दे वास्ते उस नूं वरतदे हो। पुछना पएगा, नहीं तो भरावो इस तरह तुहाडी लुट होंदी रहेगी, क्योंकि तुहाडा हक दा कमाया होया पैसा जो तुसीं अपनियां लोड़ां दे लई वरतना सी, वो पास्टर अपनियां लोड़ां दे लई वरत रहा। अगर दसवंध देना, पास्टर डैनियल राज जी कहते होंगे कि दसवंध देना, दान देना, तो बड़े लोग है, तुसीं जिहड़े पिंड दे विच रहंदे हो, जिहड़े शहर दे विच रहंदे हो, अपने नज़दीक अपने नेड़े तेड़े लभो, बहुत लोग लोड़वंद बैठे है, जिन्हां नूं 2 वक्त की रोटी सही तरीके नाल नहीं मिल रही, पैरां तो नंगे है, तन दे उपर कपड़े नहीं है, जाओ दिओ उन्हां नूं। असल दे विच वो जो तुहाडा दान है, वो जो तुहाडा दिता होया पैसा है, वो लोड़वंद नूं मिल रहा है, असल दे विच वो दसवंध है, वो दान है। क्योंकि वचन दे विच लिखिया कि जे तुसीं किसी भुखे नूं रोटी खवाउंदे हो तो तुसीं उस नूं रोटी नहीं खवाई, तुसीं वो मैनूं रोटी खवाई है। अगर तुसीं किसी दे तन दे उपर नंगा फिरदा कपड़ा पहनाया तो तुसीं उस नूं नहीं मेरे तन ते कपड़ा पहनाया। अगर तुसीं किसी पैरां तो नंगे दे पैरां दे विच चप्पल पवाई है तो उस दे नहीं, तो तुसीं मेरे पैरां दे विच चप्पल पवाई है। भैनों ते भरावो, ये चीज़ां नूं समझो, समझना पएगा, नहीं तो बड़ियां NGOs हैगियां ने साडे पंजाब दे विच, बड़ियां NGOs हैगियां जिहड़ियां सही तरीके दे नाल काम कर रही ने, लोड़वंदां तक पहुँच कर रही ने, बीमारां दा इलाज करवा रही ने, बेसहारिਆਂ ਨੂੰ संभाल रही ने, उन्हां दी सेवा संभाल कर रही ने। उत्थे पैसा दिओ। मसीह मंथन बैठक NGOs का काम कर रही है, क्योंकि जो मसीह मंथन बैठक के नाल जुड़े हैं उन्होंने सब पता है, पर जो नहीं जुड़े उन्हां दी जानकारी के लिए दसना चाहना है कि मसीह मंथन बैठक हर महीने लोड़वंदां दे तक, उन्हां दे घर तक राशन पहुँचा रहे हैं, बीमारां दा इलाज करवा रहे हैं। कुल मिला के जिस किसी नूं भी जिस चीज़ की लोड़ है उन्हां दी मदद कर रहा है। अगर कोई फुटपाथ ते पिया उसनूं कपड़े की लोड़ है तो उसनूं कपड़ा भी दे रहा है। इयां जियां जगह ते पैसा दिओ, दान दिओ, जां वो तुहाडा पैसा सही जगह ते लग सके। नहीं तो भरावो तुहाडे पैसे नाल सिर्फ तो सिर्फ इन्हां लोकां दे जो अपने आप नूं पास्टर कहंदे आ, इन्हां दी ढिड भरने आ। तुहाडा पैसा सही जगह ते जां परमेश्वर के काम वास्ते नहीं वरत्या जाएगा। ये अपने लिए वरतते आए और अगे भी अपने लिए वरतणगे। और एक चीज़ असी देखिए कि जो घटनावां वापर चुकियां, यीशु मसीह पैदा होए एक बार होए,
ਯीशु ਮਸੀਹ ਨੂੰ ਇੱਕ ਸਲੀਬ 'ਤੇ ਚੜ੍ਹਾਇਆ ਗਿਆ, ਇੱਕ ਵਾਰ ਚੜ੍ਹਾਇਆ ਗਿਆ। ਯीशु ਮਸੀਹ ਤੀਸਰੇ ਦਿਨ ਜਿੰਦਾ ਹੋਏ, ਇੱਕ ਵਾਰ ਹੋਏ। ਪਰ ਭਰਾਵੋ, ਇਹ ਹਰ ਸਾਲ ਯीशु ਮਸੀਹ ਨੂੰ ਪੈਦਾ ਕਰਦੇ ਆ, ਹਰ ਸਾਲ ਯीशु ਮਸੀਹ ਨੂੰ ਸਲੀਬ ਤੇ ਚੜ੍ਹਾਉਂਦੇ ਆ, ਹਰ ਸਾਲ ਯीशु ਮਸੀਹ ਨੂੰ ਗੁੱਡ ਫਰਾਈਡੇ ਵਾਲੇ ਦਿਨ ਜਿੰਦਾ ਕਰਦੇ ਆ। ਜੋ ਅਸਲ ਮਕਸਦ ਦੇ ਵਾਸਤੇ ਸਾਨੂੰ ਚੁਣਿਆ ਹੈ ਉਹ ਕੀ ਹੈ? ਕਿ ਨਿਆਂ ਦੇ ਦਿਨ ਯीशु ਮਸੀਹ ਦੁਬਾਰਾ ਆਉਣ ਵਾਲੇ ਆ, ਇਹ 'ਚ ਕੋਈ ਸ਼ੱਕ ਨਹੀਂ। ਫਿਰ ਤੁਸੀਂ ਕਿਉਂ ਨਹੀਂ ਉਸ ਵਾਸਤੇ ਲੋਕਾਂ ਨੂੰ ਤਿਆਰ ਕਰਦੇ ਵਚਨ ਦੇ ਅਨੁਸਾਰ, ਤਾਂ ਜੋ ਨਿਆਂ ਦੇ ਦਿਨ ਅਸੀਂ ਯीशु ਮਸੀਹ ਦੇ ਅੱਗੇ ਖੜ੍ਹੇ ਹੋ ਸਕੀਏ। ਉਹਨਾਂ ਚੀਜ਼ਾਂ ਵੱਲ ਫੋਕਸ ਕਿਉਂ ਨਹੀਂ? ਕਿਉਂ ਨਹੀਂ ਆਤਮਿਕ ਗਿਆਨ ਦਿੰਦੇ? ਕਿਉਂ ਨਹੀਂ ਆਤਮਿਕ ਖੁਰਾਕ ਦਿੰਦੇ? ਇਹ ਬੜੀ ਸੋਚਣ ਵਾਲੀ ਗੱਲ ਹੈ ਔਰ ਸਾਨੂੰ ਸੋਚਣਾ ਪਵੇਗਾ। ਅਗਰ ਨਹੀਂ ਸੋਚਾਂਗੇ ਤਾਂ ਇਸੇ ਤਰ੍ਹਾਂ ਗੁੰਮਰਾਹ ਹੁੰਦੇ ਜਾਵਾਂਗੇ। ਲੋਕ ਕੀ ਚਾਹੁੰਦੇ ਆ? ਚਮਤਕਾਰ ਕੋ ਨਮਸਕਾਰ, ਕਿ ਜਿੱਥੇ ਚਮਤਕਾਰ ਹੁੰਦਾ ਤੇ ਸਾਰਾ ਕੁਛ ਉੱਥੇ ਹੀ ਹੈ। ਵਿਸ਼ਵਾਸੀ ਭੈਣ ਭਰਾ ਵੀ ਮੈਂ ਦੇਖਿਆ ਕਿ ਜੇ ਚਮਤਕਾਰ ਹੁੰਦਾ ਕਹਿੰਦੇ ਆ ਜੀ ਇੱਥੇ ਆ, ਇੱਥੇ ਪਵਿੱਤਰ ਆਤਮਾ ਕੰਮ ਕਰ ਰਿਹਾ, ਉੱਥੇ ਚਮਤਕਾਰ ਹੋ ਰਿਹਾ ਜੀ, ਉੱਥੇ ਜੇ ਹੋ ਰਿਹਾ ਜੀ, ਉੱਥੇ ਉਹ ਹੋ ਰਿਹਾ ਜੀ। ਪਰ ਜੇ ਤੁਸੀਂ ਵਚਨ ਨੂੰ ਪੜ੍ਹੋਗੇ ਤਾਂ ਵਚਨ ਦੇ ਵਿੱਚ ਲਿਖਿਆ ਤੇ ਚਮਤਕਾਰ ਤਾਂ ਲੂਸੀਫਰ ਵੀ ਕਰਦਾ ਹੈ, ਇਹ 'ਚ ਕੋਈ ਸ਼ੱਕ ਹੀ ਨਹੀਂ ਕਿ ਚਮਤਕਾਰ ਲੂਸੀਫਰ ਵੀ ਕਰਦਾ ਹੈ। ਪਰ ਅਸੀਂ ਪਰਖਾਂਗੇ ਕਿਵੇਂ? ਪਰਖਾਂਗੇ ਅਸੀਂ ਜੇ ਵਚਨ ਨੂੰ ਪੜ੍ਹਿਆ ਹੈ, ਵਚਨ ਨੂੰ ਸਮਝਿਆ ਹੈ ਗਹਿਰਾਈ ਦੇ ਨਾਲ, ਤਾਂ ਹੀ ਅਸੀਂ ਪਰਖ ਪਾਵਾਂਗੇ ਕਿ ਜੋ ਚਮਤਕਾਰ ਹੋ ਰਿਹਾ ਹੈ ਇਹ ਪਰਮੇਸ਼ਰ ਵੱਲੋਂ ਹੈ ਜਾਂ ਲੂਸੀਫਰ ਵੱਲੋਂ ਹੈ। ਯीशु ਮਸੀਹ ਨੇ ਆਪਣੀ ਸੇਵਕਾਈ ਦੇ ਵਿੱਚ ਕਿੱਡੇ ਕਿੱਡੇ ਚਮਤਕਾਰ ਕੀਤੇ। ਬਿਮਾਰਾਂ ਨੂੰ ਠੀਕ ਕੀਤਾ, ਅੰਨ੍ਹਿਆਂ ਨੂੰ ਨਿਗਾਹ ਦਿੱਤੀ, ਅਧਰੰਗੀਆਂ ਨੂੰ ਤੁਰਨ ਲਾਇਆ, ਕੋਹੜੀਆਂ ਨੂੰ ਸ਼ੁੱਧ ਕੀਤਾ, ਮੁਰਦਿਆਂ ਨੂੰ ਜਿੰਦਾ ਕੀਤਾ। ਕੀ ਉਹਨਾਂ ਨੇ ਕਦੇ ਆਪਣੀ ਮਹਿਮਾ ਲਈ? ਨਹੀਂ। ਕਦੇ ਇਹ ਕਿਹਾ ਕਿ ਮੈਂ ਇਸ ਇਨਸਾਨ ਨੂੰ ਚੰਗਾ ਕੀਤਾ? ਨਹੀਂ ਕਿਹਾ। ਪਰ ਜੇ ਅਸੀਂ ਅੱਜ ਕੱਲ੍ਹ ਦੇ ਪਾਸਟਰਾਂ ਦੇ ਵੱਲ ਦੇਖਦੇ ਹਾਂ, ਜਾਂ ਚਮਤਕਾਰ ਹੁੰਦਾ ਤੇ ਮੈਂ ਕਰਤਾ, ਇਹ ਸਭ ਕੁਝ ਮੈਂ ਕੀਤਾ ਹੈ, ਫਿਰ ਅਸੀਂ ਉਸ ਪਰਮੇਸ਼ਰ ਦੀ ਮਹਿਮਾ ਕਿਹਨੂੰ ਦੇ ਰਹੇ ਹਾਂ? ਆਪਣੇ ਆਪ ਨੂੰ ਦੇ ਰਹੇ ਹਾਂ। ਅਗਰ ਚਮਤਕਾਰ ਪਰਮੇਸ਼ਰ ਦੇ ਵੱਲੋਂ ਹੈ ਤਾਂ ਉਹਦੀ ਮਹਿਮਾ ਪਰਮੇਸ਼ਰ ਨੂੰ ਮਿਲਣੀ ਚਾਹੀਦੀ ਹੈ। ਚਮਤਕਾਰ ਪਹਿਲਾਂ ਵੀ ਹੁੰਦੇ ਸੀ, ਚਮਤਕਾਰ ਪਰਮੇਸ਼ਰ ਦੇ ਵੱਲੋਂ ਉਹ ਗੱਲ ਵੱਖਰੀ ਹੈ ਕਿ ਲੂਸੀਫਰ ਵੀ ਚਮਤਕਾਰ ਕਰਦਾ। ਚਮਤਕਾਰ ਪਰਮੇਸ਼ਰ ਵੱਲੋਂ ਅੱਜ ਵੀ ਹੁੰਦੇ ਆ, ਚਮਤਕਾਰ ਪਰਮੇਸ਼ਰ ਦੇ ਵੱਲੋਂ ਅੱਗੇ ਵੀ ਹੋਣਗੇ। ਜ਼ਰੂਰੀ ਨਹੀਂ ਹੁੰਦਾ ਕਿ ਜੇ ਤੁਸੀਂ ਕਿਸੇ ਦੇ ਸਿਰ 'ਤੇ ਹੱਥ ਰੱਖ ਕੇ ਪ੍ਰਾਰਥਨਾ ਕਰੋਗੇ ਤਦ ਹੀ ਚਮਤਕਾਰ ਹੋਵੇਗਾ। ਪਤਰਸ ਦੀ ਪਰਸਾਈ ਦੇ ਨਾਲ ਚਮਤਕਾਰ ਹੁੰਦੇ ਸੀ। ਪਰ ਜੋ ਅੱਜ ਕੱਲ੍ਹ ਦੇ ਪਾਸਟਰ ਹੈ ਉਹ ਕਹਿੰਦੇ ਸਿਰ 'ਤੇ ਹੱਥ ਰੱਖਾਂਗੇ ਤਾਂ ਚਮਤਕਾਰ ਹੋਊਗਾ, ਨਹੀਂ ਤਾਂ ਹੋਣਾ ਹੀ ਨਹੀਂ। ਕਿਸ ਤਰ੍ਹਾਂ ਲੋਕਾਂ ਦੇ ਸਿਰ 'ਤੇ ਹੱਥ ਰੱਖ ਕੇ ਉਹਨਾਂ ਨੂੰ ਸਿੱਟਿਆ ਜਾਂਦਾ ਹੇਠਾਂ, ਤਾੜ ਤਾੜ, ਕਿਸ ਤਰ੍ਹਾਂ ਉਹ ਮਛਲੀ ਵਾਂਗੂ ਤੜਫਦੇ ਹੈ। ਮੈਂ ਖੁਦ ਆਪਣੀਆਂ ਅੱਖਾਂ ਦੇ ਨਾਲ ਦੇਖਿਆ। ਅਨਾਊਂਸ ਕਰਦੇ ਹੁੰਦੇ ਸੀ ਕਿ ਅਗਲੇ ਐਤਵਾਰ ਆ 2 ਬੰਦਿਆਂ ਦੇ ਉੱਪਰ ਅਭਿਸ਼ੇਕ ਖੋਲ੍ਹਿਆ ਜਾਊਗਾ। ਉਹ ਭਰਾ, ਅਭਿਸ਼ੇਕ ਬੰਦ ਕਦੋਂ ਸੀ ਕਿ ਤੁਸੀਂ ਖੋਲ੍ਹੋਗੇ? ਜਿਸ ਦਿਨ ਸਾਡਾ ਬਪਤਿਸਮਾ ਹੋ ਗਿਆ, ਅਸੀਂ ਯीशु ਮਸੀਹ ਨੂੰ ਆਪਣਾ ਉਧਾਰਕਰਤਾ ਮੰਨ ਲਿਆ, ਅਸੀਂ ਉਹ 'ਤੇ ਵਿਸ਼ਵਾਸ ਕਰ ਲਿਆ, ਤਾਂ ਸਾਡਾ ਅਭਿਸ਼ੇਕ
ਉਸੇ ਦਿਨ ਹੋ ਗਿਆ ਸੀ, ਸਾਨੂੰ ਪਵਿੱਤਰ ਆਤਮਾ ਉਸੇ ਦਿਨ ਮਿਲ ਗਿਆ ਸੀ। ਫਿਰ ਜਿਹੜਾ ਹੁਣ ਅਸੀਂ ਚਰਚ ਦੇ ਵਿੱਚ ਕਹਿੰਦੇ ਹਾਂ ਆ ਪਵਿੱਤਰ ਆਤਮਾ, ਆ ਪਵਿੱਤਰ ਆਤਮਾ, ਫਿਰ ਅਸੀਂ ਜੋ ਚੀਜ਼ ਸਾਨੂੰ ਪਹਿਲਾਂ ਦੇ ਦਿੱਤੀ ਗਈ ਹੈ ਫਿਰ ਉਸ ਨੂੰ ਕਿਉਂ ਮੰਗਦੇ ਹਾਂ? ਅਗਰ ਤੁਸੀਂ ਮੰਗੋਗੇ ਫਿਰ ਪਵਿੱਤਰ ਆਤਮਾ ਤਾਂ ਨਹੀਂ, ਸ਼ਾਇਦ ਕੋਈ ਹੋਰ ਆਤਮਾ ਤੁਹਾਡੇ ਅੰਦਰ ਜ਼ਰੂਰ ਪ੍ਰਵੇਸ਼ ਕਰੇਗਾ, ਕਿਉਂਕਿ ਜਦੋਂ ਤੁਸੀਂ ਉਹਨੂੰ ਬੁਲਾ ਰਹੇ ਹੋ। ਵਚਨ ਦੇ ਵਿੱਚ ਲਿਖਿਆ ਪਰਮੇਸ਼ਵਰ ਸ਼ਾਂਤੀ ਦਾ ਪਰਮੇਸ਼ਵਰ ਹੈ, ਗੜਬੜੀ ਦਾ ਨਹੀਂ। ਪਰਮੇਸ਼ਵਰ ਚਮਤਕਾਰ ਕਰੇਗਾ, ਉਸ ਦੇ ਵਿੱਚ ਸ਼ਾਂਤੀ ਹੋਏਗੀ। ਇਹ ਨਹੀਂ ਹੈ ਕਿ ਹੇਠਾਂ ਡਿੱਗੇ ਤੋਂ ਬਿਨਾਂ ਜਾਂ ਛਾਲਾਂ ਮਾਰਨ ਤੋਂ ਬਿਨਾਂ ਚਮਤਕਾਰ ਨਹੀਂ ਹੋਏਗਾ। ਇਹਨਾਂ ਚੀਜ਼ਾਂ ਨੂੰ ਲੈ ਕੇ ਇਹ ਲੋਕ ਤੁਹਾਨੂੰ ਗੁੰਮਰਾਹ ਕਰ ਰਹੇ ਆ। ਪਿਛਲੇ 1.5 ਕੁ ਮਹੀਨਾ ਮੈਂ ਇੱਕ ਵੀਡੀਓ ਦੇਖ ਰਿਹਾ ਸੀ, ਬਚਿੱਤਰ ਪ੍ਰਾਣੀ ਇੱਕ ਧੂਰੀ ਦਾ, ਔਰ ਕਿਸ ਤਰ੍ਹਾਂ ਉਹ ਆਪਣੇ ਕੋਟ ਨੂੰ ਇਸ ਤਰ੍ਹਾਂ ਘੁਮਾ ਰਿਹਾ ਸੀ, ਕੋਟ ਨੂੰ ਘੁਮਾ ਰਿਹਾ ਅਤੇ ਹੇਠਾਂ ਇੱਕ ਲੇਡੀਜ਼ ਪਈ ਆ ਅਤੇ ਉਹ ਕਿਸ ਤਰ੍ਹਾਂ ਤੜਫ ਰਹੀ ਹੈ। ਫਿਰ ਉਸ ਨੂੰ ਤੁਸੀਂ ਕੀ ਸਮਝੋਗੇ ਕਿ ਉਹ ਪਰਮੇਸ਼ਵਰ ਵੱਲੋਂ ਹੈ? ਬਿਲਕੁਲ ਨਹੀਂ, ਕਿਉਂਕਿ ਵਚਨ ਦੇ ਵਿੱਚ ਲਿਖਿਆ ਪਰਮੇਸ਼ਵਰ ਸ਼ਾਂਤੀ ਦਾ ਪਰਮੇਸ਼ਵਰ ਹੈ, ਗੜਬੜੀ ਦਾ ਨਹੀਂ, ਕਿਉਂਕਿ ਉੱਥੇ ਗੜਬੜੀ ਵਾਲਾ ਸਿਸਟਮ ਹੈ ਸਾਰਾ। ਹੋਰ ਵੀ ਕਈ ਵਾਰ ਫੇਸਬੁੱਕ 'ਤੇ ਦੇਖਦੇ ਹਾਂ ਕਿ ਕਿਸ ਤਰ੍ਹਾਂ ਮਤਲਬ ਲੋਕਾਂ ਨੂੰ ਐ ਮੱਥੇ 'ਤੇ ਇਸ ਤਰ੍ਹਾਂ ਉਂਗਲੀ ਲਾਈ ਆ ਅਤੇ ਉਹ ਕਿੱਦਾਂ ਐ ਪਿੱਛੇ ਨੂੰ ਭੱਜ ਕੇ ਡਿੱਗਦਾ, ਕਿਸ ਤਰ੍ਹਾਂ ਛਾਲਾਂ ਮਾਰਦਾ, ਕਿਸ ਤਰ੍ਹਾਂ ਤੜਫਦਾ। ਇਹ ਕੀ ਆ? ਧੋਖਾ। ਇਹ ਚੀਜ਼ਾਂ ਨੂੰ ਲੈ ਕੇ ਜੋ ਦਾਸ ਆਪਣੇ ਆਪ ਨੂੰ ਕਹਿ ਰਹੇ ਆ ਪ੍ਰਭੂ ਦੇ ਦਾਸ, ਉਹ ਪ੍ਰਭੂ ਦੇ ਪਰਮੇਸ਼ਵਰ ਦੇ ਦਾਸ ਤਾਂ ਨਹੀਂ। ਪੌਲਸ ਦੇ ਕਹਿਣ ਦੇ ਮੁਤਾਬਕ ਪੇਟ ਦੇ ਸੇਵਕ ਜ਼ਰੂਰ ਨੇ। ਸੋ ਭਰਾਵੋ, ਸਮਝੋ ਇਹ ਚੀਜ਼ਾਂ ਨੂੰ, ਪਛਾਣੋ ਕਿ ਇਹ ਸੇਵਕ, ਇਹ ਪਾਸਟਰ ਪਰਮੇਸ਼ਵਰ ਦੇ ਵੱਲੋਂ ਨਿਯੁਕਤ ਕੀਤਾ ਗਿਆ ਜਾਂ ਲੂਸੀਫਰ ਦੇ ਵੱਲੋਂ ਨਿਯੁਕਤ ਕੀਤਾ ਗਿਆ। ਇੱਕ ਹਫ਼ਤਾ ਪਹਿਲਾਂ ਮੈਂ ਵੀਡੀਓ ਦੇਖ ਰਿਹਾ ਸੀ ਅਤੇ ਉਹ ਪਾਸਟਰ ਕਹਿ ਰਿਹਾ ਕਿ ਆਹ ਦੇਖੋ ਮੇਰੇ ਹੱਥ ਦੇ ਵਿੱਚ ਪੈਨ ਹੈ ਅਤੇ ਤੁਸੀਂ ਇਸ ਪੈਨ ਨੂੰ ਛੂਹੋ, ਔਰ ਇਸ ਪੈਨ ਦੇ ਵਿੱਚ ਕਹਿ ਰਿਹਾ ਸਾਮਰਥ ਹੈ। ਔਰ ਜਦੋਂ ਲੋਕ ਉਹ ਪੈਨ ਨੂੰ ਮਤਲਬ ਫੜਦੇ ਸੀ ਅਤੇ ਉਹ ਉਟਕ ਪੁਟਕ ਗਿਰ ਰਹੇ ਸੀ ਹੇਠਾਂ। ਪਰਮੇਸ਼ਵਰ ਦਾ ਕੰਮ ਕਿਸੇ ਵੀ ਇਨਸਾਨ ਨੂੰ ਹੇਠਾਂ ਛੁੱਟਣਾ ਨਹੀਂ ਹੈ, ਡਿੱਗਿਆਂ ਹੋਇਆਂ ਨੂੰ ਉੱਪਰ ਚੁੱਕਣਾ। ਫਿਰ ਅਸੀਂ ਕਿਉਂ ਨਹੀਂ ਸਮਝ ਪਾਉਂਦੇ ਚੀਜ਼ਾਂ ਨੂੰ ਕਿ ਪਰਮੇਸ਼ਵਰ ਸਾਨੂੰ ਹੇਠਾਂ ਸੁੱਟੇਗਾ? ਬਿਲਕੁਲ ਨਹੀਂ। ਪਵਿੱਤਰ ਆਤਮਾ ਸਾਨੂੰ ਹੇਠਾਂ ਸੁੱਟੇਗਾ? ਬਿਲਕੁਲ ਨਹੀਂ, ਕਿਉਂਕਿ ਪਰਮੇਸ਼ਵਰ ਡਿੱਗਿਆਂ ਹੋਇਆਂ ਨੂੰ ਉੱਪਰ ਚੱਕਦਾ ਹੈ। ਹੇਠਾਂ ਸੁੱਟਣਾ ਪਰਮੇਸ਼ਵਰ ਦਾ ਕੰਮ ਨਹੀਂ, ਇਹ ਲੂਸੀਫਰ ਦਾ ਕੰਮ ਹੈ। ਤੁਸੀਂ ਪੜ੍ਹਿਆ ਹੋਵੇਗਾ ਜਦੋਂ ਯਿਸੂ ਮਸੀਹ 40 ਦਿਨ ਦੀ ਫਾਸਟਿੰਗ 'ਤੇ ਪਹਾੜਾਂ ਦੇ ਵਿੱਚ ਗਏ ਸੀ, ਔਰ ਕਿਸ ਤਰ੍ਹਾਂ ਉੱਥੇ ਲੂਸੀਫਰ ਨੇ ਭਰਮਾਉਣ ਦੀ ਕੋਸ਼ਿਸ਼ ਕੀਤੀ। ਕਿੱਥੋਂ ਕੀਤੀ? ਵਚਨ ਦੇ ਵਿੱਚੋਂ। ਲੂਸੀਫਰ ਕਹਿ ਰਿਹਾ ਸੀ ਕਿ ਵਚਨ ਦੇ ਵਿੱਚ ਇਹ ਲਿਖਿਆ, ਵਚਨ ਦੇ ਵਿੱਚ ਉਹ ਲਿਖਿਆ, ਕਿਉਂਕਿ ਜਦੋਂ ਯਿਸੂ ਮਸੀਹ ਨੂੰ ਭੁੱਖ ਲੱਗੀ ਸੀ ਤਾਂ ਲੂਸੀਫਰ ਵੀ ਤਾਂ ਨਾਲ ਹੀ ਸੀ, ਕਹਿ ਰਿਹਾ ਸੀ ਪੱਥਰਾਂ ਨੂੰ ਬੋਲ, ਇਹ ਰੋਟੀ ਬਣ ਜਾਣ। ਯਿਸੂ ਮਸੀਹ ਨੇ ਕੀ ਕਿਹਾ ਸੀ? ਕਹਿੰਦੇ ਜ਼ਰੂਰੀ ਨਹੀਂ, ਵਚਨ ਦੇ ਵਿੱਚ ਲਿਖਿਆ ਕਿ ਜ਼ਰੂਰੀ ਨਹੀਂ ਤੁਸੀਂ ਰੋਟੀ ਦੇ ਨਾਲ ਹੀ ਜਿੰਦਾ ਰਹਿ ਸਕਦੇ ਹੋ, ਵਚਨ ਦੇ ਨਾਲ ਵੀ ਜਿੰਦਾ ਰਹਿ ਸਕਦੇ ਹੋ। ਕਿਸ ਤਰ੍ਹਾਂ ਕਿਹਾ ਸੀ ਯਿਸੂ ਮਸੀਹ ਨੂੰ ਕਿ ਤੂੰ ਮੈਨੂੰ ਦੰਡਵਤ ਕਰ, ਮੈਂ ਸਾਰੀਆਂ ਪਾਤਸ਼ਾਹੀਆਂ ਤੈਨੂੰ ਦੇ ਦੇਵਾਂਗਾ। ਮਤਲਬ ਕੀ?
दंडवत हेठां सिटना परमेश्वर का काम नहीं है। हेठां सिटना दंडवत कराउणा लूसीफर का काम है, क्योंकि यीशु मसीह ने कहा सी कि मैनूं दंडवत कर, पर यीशु मसीह ने कहा सी सिर्फ तो सिर्फ मैं परमेश्वर नूं दंडवत करांगा। ये चीज़ां नूं असीं क्यों नहीं समझ पाउंदे, पर असीं बड़े खुश हुंदे आ कि हाँ जी अज तो बहुत वड्डा चमत्कार होया, अज तो ये होया, अज तो वो होया। समझना पवेगा भरावो कि चमत्कार लूसीफर भी करता है, चमत्कार परमेश्वर तो करदा ही करदा, इस तो कोई शक ही नहीं, पर चमत्कार लूसीफर भी करता है। किस तरह समझांगे कि चमत्कार जो होया लूसीफर वालों आ या परमेश्वर दे वालों आ? जे असीं वचन की स्टडी करांगे, वचन नूं पढ़ांगे, उसनूं समझांगे गहराई दे नाल, फिर असीं वो चीज़ां की परख कर पावांगे, समझ सकांगे। नहीं तो इस तरह गुमराह हुंदे आए हैं तो हुंदे रहांगे, अपना टाइम भी खराब करांगे, अपना पैसा भी खराब करांगे, क्योंकि मैं खुद कर चुके हैं। वचन दे विच लिखिया कि जो चीज़ तुहानूं फ्री दे विच मिली है, वो चीज़ फ्री दे विच दिओ। सब ने पढ़िया, सब भैणां भरावां ने पढ़िया कि हाँ लिखिया और ये सच्चाई है कि जो चीज़ तुहानूं फ्री दे विच दित्ती गई है, वो चीज़ फ्री दे विच अगे दिओ। अक्सर मैं गल करदा हुन्ना बाइबल की, इंग्लिश बाइबल, गिडियन की बाइबल, जो लिटरेचर बिल्कुल फ्री है, उस लिटरेचर का 1 भी रुपया नहीं लिया जाता, कि वो किस तरह बाइबल मैनूं 700 रुपए दे विच बेची गई सी। बाइबल अज भी मेरे कोल है। वो गल वक्खरी है कि मैं उसनूं तकरीबन 1.5 साल बाद देखिया, नहीं तो मैं उस टाइम पुछ लेना सी। 1.5-2 साल बाद मैं उसनूं देखिया कि यार लिखिया तो इस दे उपर नोट फॉर सेल है कि तुसीं इस नूं बेच नहीं सकते। और शर्म होनी चाहिए है जी सेवकों नूं जो अपने आप नूं प्रभु के सेवक कहते हैं, कि किस तरह तुसीं फ्री का लिटरेचर लैके तुसीं 700 रुपए की बाइबल बेच रहे हो। शर्म करो। अगर नहीं थोड़ा घर बार चल रहा, तुसीं काम करो कोई। क्यों लोगों तो पैसे लुट के अपने ढिड भरदे हो? और मैं समय की ताक दे विच हां, और मैं ये भी जानना कि किसी ना किसी दिन मेरा सामना जरूर होवेगा, और जिस दिन सामना होवेगा ना, और उस दिन एक पैसे का हिसाब होएगा, एक पैसे का हिसाब होएगा। भैनों ते भरावो, मेरा मकसद किसी पास्टर नूं नीवां दिखाउणा नहीं है। मेरा किसी पास्टर दे नाल निजी विरोध नहीं है। असी सिर्फ तो सिर्फ विरोध करते हैं उन्हां दीआं गलत गतिविधियां दा, गलत प्रचार का, जो बाइबल के अनुसार प्रचार नहीं, अपने अनुसार अपने कोलों ला के प्रचार करते हैं। असी वो चीज़ों का विरोध करते हैं और करते रहांगे, क्योंकि जे असीं वाकई परमेश्वर नूं प्यार करते हैं, फिर असीं किस तरह देख सकते हैं कि मसीह की देह नूं अगर कोई बिगाड़ रहा है, फिर किस तरह बर्दाश्त कर सकते हैं? किसी नूं तो बोलना पएगा, अगे आना पवेगा, तां ही ये लोग सुधर सकणगे। नहीं तो इस तरह लुट मचदी रहेगी, इस तरह तेल बेचा जाएगा, इस तरह पानी बेचा जाएगा, इस तरह साबणां बेचियां जाणगियां, इस तरह रुमाल बेचे जाणगे,
ਇਸੇ ਤਰ੍ਹਾਂ ਬਾਈਬਲ ਦੇ ਵਿੱਚੋਂ ਕੁਝ ਵਚਨ ਲੈ ਕੇ ਉਸ ਨੂੰ ਅਲੱਗ ਤੋਂ ਪ੍ਰਿੰਟ ਕਰਵਾ ਕੇ ਇਸੇ ਤਰ੍ਹਾਂ ਵੇਚਿਆ ਜਾਵੇਗਾ। ਕਿੰਨਾ ਚਿਰ ਚੱਲਦਾ ਰਹੇਗਾ? ਫਿਰ ਕਈ ਕਹਿੰਦੇ ਆ ਬੁੱਧੀਜੀਵੀ ਕਮੈਂਟ ਬਾਕਸ ਦੇ ਵਿੱਚ ਉਲਟੀਆਂ ਕਰਨ ਲੱਗ ਜਾਂਦੇ ਆ ਕਿ ਤੁਸੀਂ ਇਸ ਤਰ੍ਹਾਂ ਕਿਵੇਂ ਕਹਿ ਸਕਦੇ ਹੋ ਜੀ ਵੀ ਸਭ ਦਾ ਨਿਆਂ ਤਾਂ ਉਸਨੇ ਕਰਨਾ। ਬਿਲਕੁਲ ਕਰਨਾ, ਕਿਉਂਕਿ ਸਭ ਨੇ ਆਪਣਾ ਆਪਣਾ ਨਿਆਂ ਦੇਣਾ। ਪਰ ਅਗਰ ਤੁਹਾਡੇ ਘਰ ਦੇ ਵਿੱਚ ਕੁਝ ਗਲਤ ਹੁੰਦਾ ਹੋਵੇ, ਕੀ ਤੁਸੀਂ ਦੇਖ ਸਕੋਗੇ? ਅਗਰ ਤੁਹਾਡਾ ਪਰਿਵਾਰਕ ਮੈਂਬਰ ਘਰ ਦੇ ਵਿੱਚ ਕੁਝ ਗਲਤ ਕਰ ਰਿਹਾ ਹੈ, ਤੁਸੀਂ ਉਸ ਨੂੰ ਨਹੀਂ ਰੋਕਾਂਗੇ। ਇਹ ਤਾਂ ਫਿਰ ਵੀ ਮਸੀਹ ਦੀ ਦੇਹ ਹੈ। ਮਸੀਹ ਦੀ ਦੇਹ ਦੇ ਨਾਲ ਅਗਰ ਕੋਈ ਖਿਲਵਾੜ ਕਰੇਗਾ ਤਾਂ ਜ਼ਰੂਰ ਅਸੀਂ ਆਪਣੀ ਆਵਾਜ਼ ਨੂੰ ਬੁਲੰਦ ਕਰਾਂਗੇ, ਕਿਉਂਕਿ ਅਸੀਂ ਖਰੀ ਸਿੱਖਿਆ ਦੀ ਦਹਾੜ ਨੂੰ ਲੈ ਕੇ ਚੱਲ ਰਹੇ ਹਾਂ। ਝੂਠੀਆਂ ਸਿੱਖਿਆਵਾਂ ਦੇ ਵਿੱਚੋਂ ਅਸੀਂ ਜੋ ਮਿਸ਼ਨ ਲੈ ਕੇ ਚੱਲੇ ਹਾਂ ਕਿ ਝੂਠੀਆਂ ਸਿੱਖਿਆਵਾਂ ਦੇ ਵਿੱਚੋਂ ਲੋਕਾਂ ਨੂੰ ਬਾਹਰ ਕੱਢਣਾ, ਝੂਠ ਦੇ ਵਿੱਚੋਂ ਕੱਢ ਕੇ ਉਹਨਾਂ ਨੂੰ ਸੱਚ ਦੇ ਨਾਲ ਜੋੜਨਾ ਕਿ ਸੱਚਾਈ ਤਾਂ ਭਰਾਵੋ ਆਹ ਹੈ। ਸੋ ਅਖੀਰ ਦੇ ਵਿੱਚ ਮੈਂ ਸਾਰੇ ਭੈਣ ਭਰਾਵਾਂ ਨੂੰ ਮਸੀਹ ਮੰਥਨ ਬੈਠਕ ਤੋਂ ਇਲਾਵਾ ਜੋ ਵੀ ਭੈਣ ਭਾਈ ਇਸ ਵੀਡੀਓ ਨੂੰ ਦੇਖਣਗੇ, ਮੈਂ ਉਹ ਸਭ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਭਰਾਵੋ ਪਰਖੋ ਤੁਸੀਂ ਕਿੱਥੇ ਖੜ੍ਹੇ ਹੋ, ਤੁਸੀਂ ਕਿੱਥੇ ਜਾ ਰਹੇ ਹੋ, ਤੁਸੀਂ ਸਹੀ ਜਗ੍ਹਾ 'ਤੇ ਜਾ ਰਹੇ ਹੋ ਜਾਂ ਗਲਤ ਜਗ੍ਹਾ 'ਤੇ ਜਾ ਰਹੇ ਹੋ। ਤੁਹਾਨੂੰ ਸਰੀਰਕ ਖੁਰਾਕ ਮਿਲ ਰਹੀ ਹੈ ਜਾਂ ਆਤਮਿਕ ਖੁਰਾਕ ਮਿਲ ਰਹੀ ਹੈ। ਤੁਸੀਂ ਪਰਮੇਸ਼ਵਰ ਦੇ ਵਚਨ ਨੂੰ ਆਪਣੇ ਅੰਦਰ ਲੈ ਕੇ ਜਾ ਰਹੇ ਹੋ ਜਾਂ ਚੁਗਲੀਆਂ ਦੇ ਨਾਲ ਆਪਣਾ ਢਿੱਡ ਭਰ ਰਹੇ ਹੋ। ਸੋਚਣਾ ਪਏਗਾ। ਅਗਰ ਵਾਕਈ ਤੁਸੀਂ ਪ੍ਰਭੂ ਨੂੰ, ਪਰਮੇਸ਼ਵਰ ਨੂੰ ਪਿਆਰ ਕਰਦੇ ਹੋ ਤਾਂ ਇਹ ਚੀਜ਼ਾਂ ਨੂੰ ਬੈਠ ਕੇ ਜ਼ਰੂਰ ਤੁਹਾਨੂੰ ਸੋਚਣਾ ਪਵੇਗਾ। ਹਾਂ, ਅਗਰ ਤੁਹਾਨੂੰ ਲੱਗਦਾ ਹੈ ਕਿ ਵਾਕਈ ਅਸੀਂ ਗਲਤ ਟਰੈਕ 'ਤੇ ਹਾਂ, ਸਾਨੂੰ ਨਹੀਂ ਪਤਾ ਸੀ ਪਰ ਹੁਣ ਸਾਨੂੰ ਪਤਾ ਲੱਗ ਚੁੱਕਿਆ, ਤਾਂ ਉਹਨਾਂ ਸਿੱਖਿਆਵਾਂ, ਝੂਠੀਆਂ ਸਿੱਖਿਆਵਾਂ ਦੇ ਵਿੱਚੋਂ ਬਾਹਰ ਨਿਕਲੋ, ਜਲਦੀ ਬਾਹਰ ਨਿਕਲੋ, ਕਿਉਂਕਿ ਸਮਾਂ ਬਹੁਤ ਥੋੜ੍ਹਾ ਹੈ। ਪਰਮੇਸ਼ਵਰ ਦਾ ਕੰਮ ਹਾਲੇ ਬਹੁਤ ਪਿਆ ਹੈ, ਸਮਾਂ ਬਹੁਤ ਥੋੜ੍ਹਾ ਹੈ। ਸੋ ਅਖੀਰ ਦੇ ਵਿੱਚ ਇਹੀ ਕਹਿਣਾ ਚਾਹੁੰਦਾ ਹਾਂ ਕਿ ਵਚਨ ਦੇ ਅਨੁਸਾਰ, ਜਿਵੇਂ ਵਚਨ ਦੇ ਵਿੱਚ ਲਿਖਿਆ ਕਿ ਤੁਸੀਂ ਪਰਖੋ, ਉਹਨਾਂ ਦੇ ਫਲਾਂ ਤੋਂ, ਉਹਨਾਂ ਦੀਆਂ ਗੱਲਾਂ ਬਾਤਾਂ ਤੋਂ ਪਰਖੋ। ਤੋਂ ਭੈਣੋ ਭਰਾਵੋ ਪਰਖੋ। ਤੁਸੀਂ ਜਿੱਥੇ ਵੀ ਜਾਂਦੇ ਹੋ, ਕਿਸੇ ਵੀ ਚਰਚ ਦੇ ਵਿੱਚ ਜਾਂਦੇ ਹੋ, ਤਾਂ ਤੁਸੀਂ ਉੱਥੇ ਜਾ ਕੇ ਪਰਖੋ ਕਿ ਜੋ ਸਾਡੇ ਸਾਹਮਣੇ ਵਾਲਾ ਸਾਨੂੰ ਸਿੱਖਿਆ ਦੇ ਰਿਹਾ ਵਚਨ ਦੇ ਅਨੁਸਾਰ ਚੱਲ ਰਿਹਾ ਕਿ ਨਹੀਂ ਚੱਲ ਰਿਹਾ। ਉਹਦੀ ਜੋ ਸਿੱਖਿਆ ਹੈ ਬਾਈਬਲ ਦੇ ਅਨੁਸਾਰ ਹੈ ਜਾਂ ਨਹੀਂ ਹੈ। ਅਗਰ ਤੁਹਾਨੂੰ ਲੱਗਦਾ ਹੈ ਕਿ ਬਾਈਬਲ ਦੇ ਅਨੁਸਾਰ ਸਾਨੂੰ ਸਹੀ ਗਿਆਨ, ਸਾਨੂੰ ਸਹੀ ਖੁਰਾਕ, ਸਾਨੂੰ ਸਹੀ ਸਿੱਖਿਆ ਮਿਲ ਰਹੀ ਹੈ ਤਾਂ ਬਹੁਤ ਵਧੀਆ। ਅਗਰ ਤੁਹਾਨੂੰ ਲੱਗਦਾ ਹੈ ਕਿ ਗੜਬੜ ਹੈ ਤਾਂ ਉਸੇ ਟਾਈਮ ਉਹ ਝੂਠੀ ਸਿੱਖਿਆ ਦੇ ਵਿੱਚੋਂ ਔਰ ਚਰਚ ਦੇ ਵਿੱਚੋਂ ਬਾਹਰ ਨਿਕਲੋ। ਤਲਾਸ਼ ਕਰੋ ਸਹੀ ਸਿੱਖਿਆ ਲੈਣ ਦੀ। ਜ਼ਰੀਆ ਇੱਕੋ ਹੀ ਹੈ, ਮਸੀਹ ਮੰਥਨ ਬੈਠਕ ਵਰਲਡ ਗਰੁੱਪ। ਬਿਨਾਂ ਕਿਸੇ ਲਾਲਚ ਤੋਂ ਜੋ ਖਰੀ ਸਿੱਖਿਆ ਤੁਹਾਡੇ ਤੱਕ ਲੈ ਕੇ ਆ ਰਿਹਾ ਹੈ, ਔਰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੱਧ ਚੜ੍ਹ ਕੇ ਅਸੀਂ ਖਰੀ ਸਿੱਖਿਆ ਨੂੰ ਤੁਹਾਡੇ ਤੱਕ ਲੈ ਕੇ ਆਵਾਂਗੇ। ਔਰ ਮੈਂ ਬੇਨਤੀ ਕਰਨਾ ਚਾਹੂੰਗਾ ਕਿ ਤੁਸੀਂ ਵੱਧ ਤੋਂ ਵੱਧ ਜੋ ਇਨਸਾਨ ਪਰਖ ਚੁੱਕੇ ਹੈ, ਸਹੀ ਗਲਤ ਦੀ ਪਰਖ ਕਰ ਚੁੱਕੇ ਆ, ਅਤੇ ਆਓ ਮਸੀਹ ਮੰਥਨ ਬੈਠਕ ਦੇ ਨਾਲ ਜੁੜੋ। ਤੁਹਾਡਾ ਸਵਾਗਤ
ਤਾਂ ਜੋ ਅਸੀਂ ਸਹੀ ਰੀਤੀ ਦੇ ਨਾਲ ਸਾਰੇ ਭੈਣ ਭਰਾ ਮਿਲ ਕੇ ਉਸ ਪਰਮੇਸ਼ਵਰ ਦੇ ਕੰਮ ਨੂੰ, ਉਸ ਦੇ ਰਾਜ ਨੂੰ ਵਧਾ ਸਕੀਏ ਔਰ ਸਹੀ ਰੀਤੀ ਦੇ ਨਾਲ ਆਪਣੇ ਦਿੱਤੇ ਹੋਏ ਕੰਮ ਨੂੰ, ਜੋ ਪਰਮੇਸ਼ਵਰ ਨੇ ਸਾਨੂੰ ਦਿੱਤਾ ਹੈ, ਸਹੀ ਰੀਤੀ ਦੇ ਨਾਲ ਕਰ ਸਕੀਏ। ਸੋ ਅਖੀਰ ਦੇ ਵਿੱਚ ਇੱਕ ਵਾਰ ਫੇਰ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਜੈ ਮਸੀਹ ਦੀ।